ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਜੀਵਨ ਸਾਖੀ ਬਾਰੇ ਜਾਣੂ ਕਰਾਵਾਂਗੇ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਭਾਗ ਪਹਿਲਾ ਵਿੱਚ ਦਰਜ ਹਨ। ਕੁਝ ਸਾਖੀਆਂ ਅਸੀਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਚੁੱਕੇ ਹੋ, ਤੁਸੀਂ ਉਹਨਾਂ ਨੂੰ ਪਿਛਲੇ ਪਾਠ ਵਿੱਚ ਜਾ ਕੇ ਸੁਣ ਸਕਦੇ ਹੋ। ਤੇ ਅੱਜ ਅਸੀਂ ਉਹਨਾਂ ਦੀਆਂ ਅੱਗੇ ਸਾਖੀਆਂ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ। ਝੋੜਾਂ ਤੇ ਕਿਰਪਾ ਦ੍ਰਿਸ਼ਟੀ। ਝੋੜਾਂ ਦੇ ਲੱਖਾ ਦੇ ਪਿੰਡ ਜਗਰਾਵਾਂ ਤਹਿਸੀਲ ਦੇ ਠਾਣਾ ਰਾਏਕੋਟ ਦੀ ਹੱਦ ਅੰਦਰ ਆਪਸ 'ਚ 2.5 ਮੀਲਾਂ ਦੀ ਵਿੱਥ ਤੇ ਹਨ। ਦੋਹਾਂ ਦੇ ਵਿਚਕਾਰ ਮੀਲ ਤੋਂ ਵੱਧ ਲੰਮੀ ਤੇ ਮੁੰਨਾ ਕੁ ਚੌੜੀ ਇੱਕ ਝਿੜੀ ਸੀ, ਜਿਸ ਵਿੱਚ ਕਈ ਪ੍ਰਕਾਰ ਦੇ ਸੰਘਣੇ ਰੁੱਖ ਉੱਗੇ ਹੋਏ ਸਨ, ਜਿਨ੍ਹਾਂ ਅੰਦਰ ਚੋਰ, ਡਾਕੂ, ਧਾੜਵੀ ਆਦਿ ਸੌਖ ਨਾਲ ਹੀ ਲੁਕ ਜਾਂਦੇ ਸਨ, ਕਿਉਂਕਿ ਉਸ ਸਮੇਂ ਦੇ ਅੰਗਰੇਜ਼ੀ ਅਤੇ ਰਿਆਸਤੀ ਇਲਾਕਿਆਂ ਦੀ ਸਾਂਝੀ ਹੱਦ ਨੇੜੇ ਲੱਗਣ ਕਰਕੇ ਇਹ ਕੁਕਰਮੀ ਪੁਲਿਸ ਦੀ ਮਾਰ ਤੋਂ ਬਹੁਤ ਛੇਤੀ ਬਚ ਜਾਂਦੇ। ਇਹਨਾਂ ਦੇ ਅਸਰ ਕਾਰਨ ਝੋੜਾ ਵੀ ਇੱਕ ਬੜਾ ਅਵੈਲੀ ਪਿੰਡ ਬਣ ਗਿਆ ਸੀ। ਲੋਕ ਸ਼ਰਾਬਾਂ ਕੱਢਦੇ, ਮੁਰਗੇ ਖਾਂਦੇ ਤੇ ਅਫੀਮ ਆਦਿ ਛਕਦੇ ਛਕਾਉਂਦੇ ਰਸਾਗਿਰੀ ਵੀ ਕਰਦੇ ਸਨ। ਇੱਥੋਂ ਦੇ 2 ਸਿੰਘ ਤਾਂ ਬਾਬਾ ਜੀ ਦੀ ਸੰਗਤ ਵਿੱਚ ਪਹਿਲਾਂ ਹੀ ਆ ਚੁੱਕੇ ਹੋਏ ਸਨ। ਇਹ ਸਨ ਭਾਈ ਸੁੱਚਾ ਤੇ ਭਾਈ ਉਦੇ ਸਿੰਘ। ਦੋਹਾਂ ਨੇ ਸਨ 1922 ਦੀ ਅਕਾਲੀ ਲਹਿਰ ਵਿੱਚ ਹਿੱਸਾ ਲਿਆ ਹੋਇਆ ਸੀ। ਭਾਈ ਸੁੱਚਾ ਸਿੰਘ ਹੋਰਾਂ ਤੇ ਬਾਬਾ ਜੀ ਦੇ ਦਰਸ਼ਨ ਦਾ ਜੋ ਪ੍ਰਭਾਵ ਪਿਆ, ਉਸ ਦਾ ਤਾਂ ਹਾਲ ਉਹਨਾਂ ਆਪਣੀ ਹੱਡ ਬੀਤੀ ਵਿੱਚ ਦੱਸਿਆ ਹੈ। ਇਹਨਾਂ ਦੇ ਨਾਲ ਕੁਝ ਹੋਰ ਜਵਾਨ ਮੁੰਡੇ ਵੀ ਕਲੇਰੀ ਜਾਣ ਲੱਗ ਪਏ, ਜਿਹਾ ਕਿ ਭਾਈ ਸੰਤਾ ਸਿੰਘ ਚਰੀਵਾਲਾ ਗੁਰਪੁਰੀ ਵਾਸੀ, ਭਾਈ ਇੰਦਰ ਸਿੰਘ ਤੇ ਭਾਈ ਕਰਤਾਰ ਸਿੰਘ ਹਜੂਰੀ ਸੇਵਕ। ਇਸ ਤਰ੍ਹਾਂ ਝੋੜਾਂ ਦੀ ਸੰਗਤ ਦਾ ਇੱਕ ਮੁੱਢ ਬੱਝ ਗਿਆ ਹੋਇਆ ਸੀ। ਭਾਈ ਸੁੱਚਾ ਸਿੰਘ ਦੇ ਕਥਨ ਅਨੁਸਾਰ ਇੱਕ ਵੇਹੀ ਲਗਭਗ 1924 ਦੀ ਗਰਮੀਆਂ ਵਿੱਚ ਬਾਬਾ ਜੀ ਪੁੱਚੋਂ ਵਾਲੇ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਪਧਾਰੇ। ਭਾਈ ਗੁਰਦਿੱਤ ਸਿੰਘ ਲਾਗੇ ਦਾ ਡਰਾਈਵਰ ਨੱਥੋਵਾਲ ਦਾ ਸੀ। ਉਸ ਦੀ ਬੇਨਤੀ ਮੰਨ ਵਾਪਸੀ ਦੇ ਦੁਪਹਿਰ ਨੱਥੋਵਾਲ ਹੀ ਠਹਿਰ ਗਏ। ਸਾਨੂੰ ਪਤਾ ਲੱਗਾ ਤੇ ਅਸੀਂ 40-50 ਜਣੇ ਦਰਸ਼ਨਾਂ ਨੂੰ ਨੱਥੋਵਾਲ ਪੁੱਜ ਗਏ। ਨਗਰ ਦੇ ਗੁਰਦੁਆਰੇ ਵਿੱਚ ਕੀਰਤਨ ਹੋਇਆ। ਬਾਬਾ ਜੀ ਨੇ ਸਮਨ ਮੂਸਨ ਦੀ ਸਾਖੀ ਸੁਣਾ ਕੇ ਉਹਨਾਂ ਸੰਬੰਧੀ ਚੌਬੋਲਿਆਂ ਦੇ ਸਲੋਕਾਂ ਦੀ ਵਿਆਖਿਆ ਕੀਤੀ। ਫਿਰ ਸੰਗਤ ਦੀ ਬੇਨਤੀ ਮੰਨ ਕੇ ਰਾਤ ਵੀ ਉੱਥੇ ਹੀ ਕੱਟਣੀ ਪ੍ਰਵਾਨ ਕਰ ਲਈ। ਅਗਲੀ ਸਵੇਰ ਬਾਬਾ ਜੀ ਸੂਏ ਦੀ ਪਟੜੀ ਤੇ ਟਹਿਲ ਰਹੇ ਸਨ ਕਿ ਉਹਨਾਂ ਨੇ ਮਿਹਰ ਭਰੀ ਦ੍ਰਿਸ਼ਟੀ ਨਾਲ ਝੋੜਾਂ ਦੇ ਉਸ ਹਿੱਸੇ ਵੱਲ ਤੱਕਿਆ ਜਿਹੜਾ ਕਿ ਜੋਧ ਸਿੰਘ ਦਾ ਮਹਿਰਾ ਵੱਜਦਾ ਸੀ ਤੇ ਜਿਸ ਵਿੱਚ ਰੇਤ ਦੇ ਟਿੱਬੇ ਤੇ ਬੇਰੀਆਂ ਸਨ। ਬਾਬਾ ਜੀ ਪੁੱਛਣ ਲੱਗੇ, ਇਹ ਕਿਹੜਾ ਨਗਰ ਹੈ? ਸੰਗੀਆਂ ਨੇ ਬੇਨਤੀ ਕੀਤੀ ਕਿ ਇਹ ਤਾਂ ਮੇਰਾ ਜੰਗਲ ਹੈ। ਬਾਬਾ ਜੀ, ਸੋਹਣੀ ਰਮਣੀਕ ਭੂਮੀ ਹੈ, ਰਹਿਣ ਵਾਲੀ ਥਾਂ ਹੈ। ਨਗਰ ਦੇ ਭਾਗ ਜਾਗੇ ਜੋ ਇਸ ਝੋੜਾ ਸੰਬੰਧੀ ਬਾਬਾ ਜੀ ਦਾ ਫੁਰਨਾ ਪ੍ਰਗਟ ਹੋਇਆ। ਉਸ ਵਕਤ ਉਹਨਾਂ ਤੋਂ ਛੁੱਟ ਕੌਣ ਜਾਣਦਾ ਸੀ ਕਿ ਕਾਹਦਾ ਮੁੱਢ ਵੱਜ ਰਿਹਾ ਹੈ। ਇਸ ਨਗਰ ਨੂੰ ਫਿਰ ਕਿਵੇਂ ਨਵਾਜਿਆ, ਉਸ ਦਾ ਹਾਲ ਅੱਗੇ ਆਏਗਾ। ਵਾਪਸ ਠਾਠ ਤੇ ਆ ਕੇ ਕੁਝ ਸਮਾਂ ਇੱਥੇ ਬਤੀਤ ਕੀਤਾ, ਜਿਵੇਂ ਕਿ ਘਟਨਾ ਤੋਂ ਪ੍ਰਤੀਤ ਹੁੰਦਾ ਹੈ ਕਿ ਕਿਵੇਂ ਬਾਬਾ ਜੀ ਮੱਥਾ ਟਿਕਾਉਣ ਤੋਂ ਹੱਦ ਦਰਜੇ ਦਾ ਸੰਕੋਚ ਕਰਦੇ ਸਨ। ਇੰਨੀ ਦਿਨੀ ਹੀ ਇੱਕ ਹੋਰ ਪ੍ਰੇਮੀ ਦੇ ਬਾਬਾ ਜੀ ਦੀ ਹਜ਼ੂਰੀ ਵਿੱਚ ਪੁੱਜਣ ਦਾ ਪਤਾ ਲੱਗਦਾ ਹੈ, ਜਿਸ ਨੂੰ ਇਲਾਹੀ ਹੁਕਮ ਅਨੁਸਾਰ ਕੀਰਤਨ ਦੀ ਸੇਵਾ ਸੰਭਾਲਣੀ ਸੀ। ਇਹ ਸੀ ਭਾਈ ਸੰਤਾ ਸਿੰਘ ਧਨੌਲੇ, ਰਿਆਸਤ ਨਾਭਾ ਦਾ। ਜੈਤੋ ਦੇ ਮੋਰਚੇ ਵਿੱਚ ਹਿੱਸਾ ਲੈਣ ਕਾਰਨ ਇਸ ਸਿੰਘ ਨੂੰ ਜਲਾਵਤਨ ਹੋਣ ਪਰ ਰਿਆਸਤ ਵਿੱਚੋਂ ਨਿਕਲਣਾ ਪਿਆ। ਰਿਆਸਤੀ ਹੁਕਮ ਅਨੁਸਾਰ ਉਸ ਦੀ ਜਾਇਦਾਦ ਵੀ ਜ਼ਬਤ ਹੋ ਗਈ। ਠਾਠ ਤੇ ਪੁੱਜ ਕੇ ਜਦ ਉਸਨੇ ਬਾਬਾ ਜੀ ਦੇ ਦਰਸ਼ਨ ਕੀਤੇ ਤਾਂ ਉਸ ਦਾ ਮਨ ਐਸਾ ਭਤੀਜਿਆ ਕਿ ਉਸਨੇ ਪ੍ਰਣ ਕਰ ਲਿਆ ਕਿ ਹੁਣ ਬਾਕੀ ਦੀ ਆਯੂ ਬਾਬਾ ਜੀ ਦੇ ਚਰਨਾਂ ਵਿੱਚ ਹੀ ਬਿਤਾਉਣੀ ਹੈ। ਉਹ ਚੰਗਾ ਕੀਰਤਨੀਆ ਸੀ। ਜਦ ਉਸਨੇ ਆਪਣੇ ਮਨ ਦਾ ਫੁਰਨਾ ਬਾਬਾ ਜੀ ਦੇ ਅੱਗੇ ਪ੍ਰਗਟ ਕੀਤਾ ਤਾਂ ਫੁਰਮਾਨ ਲੱਗੇ, ਭਾਈ ਬਿਹੰਗਮੀ ਠਾਠ ਹੈ, ਇੰਤਜ਼ਾਮ ਕੋਈ ਨਹੀਂ। ਜਿਸ ਤਰ੍ਹਾਂ ਰੱਖੋਗੇ ਦਾਸ ਉਵੇਂ ਹੀ ਰਹੇਗਾ। ਉਸਨੇ ਅੱਗੋਂ ਨਿਮਰਤਾ ਸਹਿਤ ਉੱਤਰ ਦਿੱਤਾ। ਇਸ ਤਰ੍ਹਾਂ ਪ੍ਰਸੰਨਤਾ ਪ੍ਰਾਪਤ ਕਰਕੇ ਭਾਈ ਸੰਤਾ ਸਿੰਘ ਨੇ ਵਾਜੇ ਨਾਲ ਕੀਰਤਨ ਕਰਨਾ ਆਰੰਭ ਕਰ ਦਿੱਤਾ। ਕੁਝ ਦਿਨਾਂ ਪਿੱਛੋਂ ਭਾਈ ਮੇਵਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਵੀ
ਇਸੇ ਤਰ੍ਹਾਂ ਹੀ ਆ ਹਾਜ਼ਰ ਹੋਏ ਤੇ ਇੱਕ ਛੋਟਾ ਜਿਹਾ ਕੀਰਤਨੀ ਜੱਥਾ ਬਣ ਗਿਆ। ਮਾਲੂਮ ਹੁੰਦਾ ਹੈ ਕਿ ਇੱਥੋਂ ਬਾਬਾ ਜੀ ਨੇ ਮਾਝੇ ਵੱਲ ਫੇਰਾ ਪਾਇਆ। ਪਰਤੋਖੀ ਤੇ ਵੀਰ ਸਿੰਘ ਵਾਲੇ ਦੀ ਜੂਹਾਂ ਵਿੱਚ ਲਗਭਗ 6 ਮਹੀਨੇ ਟਿਕਾਣਾ ਕੀਤਾ। ਇਸ ਅਰਸੇ ਵਿੱਚ ਅਨੇਕਾਂ ਕੌਤਕ ਹੋਏ ਹੋਣਗੇ ਜਿਨ੍ਹਾਂ ਦਾ ਹੁਣ ਪਤਾ ਨਹੀਂ ਲੱਗ ਸਕਦਾ। ਹਾਂ, ਭਾਈ ਸੁਰਜਨ ਸਿੰਘ ਜੀ ਅਨੁਸਾਰ ਇੱਕ ਦਿਨ ਦੀਵਾਨ ਸਜਿਆ ਹੋਇਆ ਸੀ। ਬਾਬਾ ਜੀ ਨਾਮ ਦੀ ਵਡਿਆਈ ਤੇ ਚਾਨਣਾ ਪਾ ਰਹੇ ਸਨ। ਗਰਮੀਆਂ ਦੀ ਰੁੱਤ ਸੀ। ਵੈਸੇ ਰੁੱਖਾਂ ਦੇ ਪੱਤੇ ਹਰੇ ਸਨ, ਪਰ ਕੁਝ ਮਿੰਟਾਂ ਲਈ ਰੁੱਖਾਂ ਦੇ ਕੇਸਰੀ ਰੰਗਤ ਆ ਗਈ। ਉਹਨਾਂ ਹੀ ਦਿਨਾਂ ਵਿੱਚ ਬੁੱਧੋਕੀ ਦਾ ਇੱਕ ਜੱਟ ਮੁਸਲਮਾਨ ਬਾਬਾ ਜੀ ਦੀ ਬੜੀ ਵਿਰੋਧਤਾ ਕਰਦਾ, ਕਿਉਂਕਿ ਉਸ ਦੀ ਜ਼ਮੀਨ ਕੁਟੀਆ ਦੇ ਲਾਗੇ ਸੀ। ਇੱਕ ਰਾਤ ਜਦ ਉਸਨੇ ਆਪਣੇ ਖੇਤਾਂ ਨੂੰ ਪਾਣੀ ਲਾਇਆ ਹੋਇਆ ਸੀ ਤਾਂ ਕੀ ਵੇਖਿਆ ਕਿ ਜ਼ਖੀਰੇ ਦੀ ਨੁੱਕਰ ਤੋਂ ਇੱਕ ਚਾਨਣਾ ਜਿਹਾ ਉੱਠਿਆ ਤੇ ਬਾਬਾ ਜੀ ਦੀ ਕੁਟੀਆ ਵਿੱਚ ਜਾ ਕੇ ਅਲੋਪ ਹੋ ਗਿਆ। ਅਦਭੁਤ ਕੌਤਕ ਵੇਖ ਕੇ ਉਹ ਬਾਬਾ ਜੀ ਦਾ ਬੜਾ ਸ਼ਰਧਾਵਾਨ ਬਣ ਗਿਆ। ਉਹ ਕਹਿੰਦਾ ਸੀ ਕਿ ਉਸ ਤਰ੍ਹਾਂ ਦਾ ਚਾਨਣਾ ਉਸਨੇ ਉਮਰ ਵਿੱਚ ਕਦੀ ਵੇਖਿਆ ਜਾਂ ਸੁਣਿਆ ਨਹੀਂ ਸੀ। ਫੇਰ ਕਿਹਾ ਕਰੇ ਕਿ ਉਹ ਤਾਂ ਸੱਚੀ ਮੁੱਚੀ ਅੱਲਾਹ ਪਾਕ ਦੀ ਰੂਹ ਹੈ। ਇਸ ਤਰ੍ਹਾਂ ਮਾਝੇ ਦੀਆਂ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਕਿ ਮਾਲਕ ਦਾ ਹੁਕਮ ਝੰਗ ਮਘਿਆਣੇ ਵੱਲ ਫੇਰਾ ਮਾਰਨ ਦਾ ਆ ਗਿਆ। ਭਾਈ ਉੱਤਮ ਸਿੰਘ ਹਜੂਰੀ ਸੇਵਾਦਾਰ ਨੂੰ ਹੀ ਨਾਲ ਲੈ ਕੇ ਗੱਡੀ ਚੜ੍ਹ ਪਏ ਤੇ ਬਿਨਾਂ ਕਿਸੇ ਸੰਗੀ ਨੂੰ ਸੂਚਨਾ ਦੇਣ ਤੋਂ ਆ ਉਤਰੇ ਝੰਗ ਮਘਿਆਣੇ ਦੇ ਸਟੇਸ਼ਨ ਤੇ। ਉੱਥੋਂ ਲਾਲਾ ਲਾਲ ਚੰਦ ਸਪਰੇ ਦੇ ਬਾਗ ਵਿੱਚ ਕੁਝ ਘੰਟੇ ਆਰਾਮ ਕਰਕੇ ਭਾਈ ਲੱਦਾ ਰਾਮ ਦੇ ਪੰਪ ਵੱਲ ਚਾਲੇ ਪਾ ਦਿੱਤੇ, ਬਗੈਰ ਕਿਸੇ ਪੁਰਾਣੇ ਸਥਾਨਕ ਸੇਵਕ ਨੂੰ ਖਬਰ ਕਰਨ ਦੇ, ਕਿਉਂਕਿ ਭਾਈ ਲਾਲ ਸਿੰਘ ਪ੍ਰਸ਼ਾਦੇ ਦਾ ਡੱਬਾ ਤਿਆਰ ਕਰ ਇਹ ਸਮਝ ਕਿ ਭਿੜਕੀ ਤੋਂ ਛੁੱਟ ਹੋਰ ਕਿੱਥੇ ਟਿਕਾਣਾ ਕਰਨਾ ਹੋਣਾ ਹੈ, ਉਧਰ ਭਾਲ ਕਰਦਾ ਰਿਹਾ। ਇੰਨੇ ਚਿਰ ਵਿੱਚ ਸਾਰੇ ਪਾਸੇ ਧੁੰਮ ਪੈ ਗਈ। ਸ਼ਹਿਰ ਦੇ ਸੇਵਕ ਸ਼ਰਧਾਲੂ ਮੰਡੀ ਵਿੱਚ ਇਕੱਠੇ ਹੋ ਪੰਪ ਵੱਲ ਜਾ ਰਹੇ ਸਨ ਕਿ ਭਾਲ ਕਰਦਾ ਹੋਇਆ ਭਾਈ ਲਾਲ ਸਿੰਘ ਵੀ ਪੁੱਜ ਗਿਆ। ਕੀ ਵੇਖਦਾ ਹੈ ਕਿ ਚੌਧਰੀ ਭੋਲਾ ਰਾਮ ਖੱਟਰ ਆਨਰੇਰੀ ਮੈਜਿਸਟ੍ਰੇਟ ਹੱਥ ਵਿੱਚ ਫੁੱਲਾਂ ਦਾ ਸਵਾਗਤੀ ਹਾਰ ਲੈ ਕੇ ਹੱਥ ਜੋੜ ਬਖਸ਼ਣ। ਬਾਬਾ ਜੀ ਇਸ ਤਰ੍ਹਾਂ ਦੀ ਸ਼ੋਅ ਸ਼ਾਹ ਨੂੰ ਪਸੰਦ ਨਹੀਂ ਸਨ ਕਰਦੇ। ਕਿਸੇ ਨਾ ਕਿਸੇ ਸਿੱਖਿਆਦਾਇਕ ਢੰਗ ਨਾਲ ਉਸ ਨੂੰ ਟਾਲਣਾ ਚਾਹੁੰਦੇ ਸਨ। ਸੋ ਫੁਰਮਾਨ ਲੱਗੇ, ਨਹੀਂ ਭਾਈ, ਹਾਰ ਨਹੀਂ ਪਾਣਾ। ਇਹ ਤਾਂ ਪਿਆ ਕਹਿੰਦਾ ਹੈ ਕਿ ਜੋ ਮੈਨੂੰ ਪਾਣਾ ਹੈ ਤਾਂ ਪਹਿਲਾਂ ਦੁਨੀਆ ਤੋਂ ਹਾਰ। ਅਸੀਂ ਹਾਲੀ ਦੁਨੀਆ ਤੋਂ ਨਹੀਂ ਹਾਰੇ। ਚੌਧਰੀ ਭੋਲਾ ਰਾਮ ਬੜਾ ਪ੍ਰੇਮੀ ਸੀ। ਇਸ ਤਰ੍ਹਾਂ ਨਾਹਾਂ ਦਾ ਉੱਤਰ ਸੁਣ ਉਸਦੀਆਂ ਅੱਖਾਂ ਸੱਜਲ ਹੋ ਗਈਆਂ। ਉਸਦੇ ਫਿਰ ਬੇਨਤੀ ਕਰਨ ਤੇ ਬਾਬਾ ਜੀ ਮਿਹਰ ਦੇ ਘਰ ਵਿੱਚ ਆ ਗਏ ਤੇ ਉਸਦਾ ਦਿਲ ਰੱਖਣ ਲਈ ਹਾਰ ਕਰ ਕਮਲਾਂ ਵਿੱਚ ਲੈ ਗਏ, ਗਲ ਵਿੱਚ ਪਾ ਲਿਆ। ਪਰ ਥੋੜ੍ਹੇ ਚਿਰ ਵਿੱਚ ਉਸ ਨੂੰ ਲਾਹੁਣ ਦੀ ਜੁਗਤ ਵੀ ਬਣਾ ਲਈ। ਪੰਪ ਹਾਲੀ ਦੂਰ ਸੀ। ਜ਼ਮੀਨ ਰੇਤਲੀ ਤੇ ਬੰਜਰ ਹੋਣ ਕਰਕੇ ਪੈਦਲ ਟੁਰਨ ਕਾਰਨ ਸੰਗੀਆਂ ਨੂੰ ਬੜੀ ਪਿਆਸ ਲੱਗ ਪਈ। ਨੇੜੇ ਹੀ ਇੱਕ ਡੱਲ ਆ ਗਈ। ਮੁੱਦਤ ਗੁਜ਼ਰ ਗਈ ਸੀ ਕਿ ਇਸ ਨੂੰ ਕਦੇ ਵਰਤਿਆ ਨਹੀਂ ਸੀ ਗਿਆ। ਤਾਂ ਹੀ ਤਾਂ ਖੂਹ ਤੋਂ ਡੱਲ ਬਣ ਗਈ ਹੋਈ ਸੀ। ਬਾਬਾ ਜੀ ਨੇ ਭਾਈ ਉੱਤਮ ਸਿੰਘ ਕੋਲੋਂ ਆਪਣਾ ਲੋਹੇ ਦਾ ਗੜਵਾ ਦਿਵਾ ਫਰਮਾਇਆ ਕਿ ਇਸ ਨਾਲ ਡੱਲ ਵਿੱਚੋਂ ਜਲ ਕੱਢਿਆ ਜਾਏ। ਝੱਟ ਇੱਕ ਪ੍ਰੇਮੀ ਨੇ ਆਪਣੀ ਪਗੜੀ ਲੱਜ ਤੇ ਤੋੜ ਗੜਵੇ ਨਾਲ ਬੰਨ੍ਹ ਹੀ ਦਿੱਤੀ ਕਿ ਬਾਬਾ ਜੀ ਨੇ ਹਾਰ ਨੂੰ ਲਾ ਡੱਲ ਵਿੱਚ ਸੁੱਟ ਦਿੱਤਾ। ਜਦ ਜਲ ਕੱਢਿਆ ਗਿਆ ਤਾਂ ਪਹਿਲਾਂ ਆਪ ਬਾਬਾ ਜੀ ਨੇ ਛਕਿਆ। ਜਲ ਕੀ ਨਿਕਲਿਆ, ਬੜਾ ਠੰਡਾ ਤੇ ਮਿੱਠਾ। ਸੰਗਤਾਂ ਨੇ ਰੱਜ ਰੱਜ ਛਕਿਆ। ਅੱਗੇ ਗਏ ਤਾਂ ਖੂਹ ਵਾਲਾ ਉਦੋਂ ਲਾਲ ਮੰਗੂ ਖੱਤਰੀ ਰਾਹ ਵਿੱਚ ਬੈਠਿਆ ਹੋਇਆ ਸੀ। ਖੂਹ ਦੀ ਮੰਨ ਤੇ ਬੈਠ ਕੇ, ਭਾਈ, ਇਹ ਖੂਹ ਕਿਸ ਦਾ ਹੈ? ਬਾਬਾ ਜੀ ਨੇ ਪੁੱਛਿਆ। ਜੀ, ਖੂਹ ਆਪ ਦਾ ਹੈ, ਕਹਿ ਉਸਦਾ ਰੋਣ ਨਿਕਲ ਗਿਆ। ਇਹ ਉਜੜਿਆ ਕਿਉਂ ਪਿਆ ਹੈ? ਬਾਬਾ ਜੀ ਅੱਗੋਂ ਪੁੱਛਣ ਲੱਗੇ। ਜੀ, ਜ਼ਮੀਨ ਬੀ ਖਾਂ ਵਹਿੰਦੀ ਹੈ, ਉਸਨੇ ਉੱਤਰ ਕੀਤਾ। ਬਾਬਾ ਜੀ ਹੌਲੀ ਜਿਹੀ, ਬੀ ਖਾਂ ਵਹਿੰਦੀ ਹੈ, ਬੀ ਖਾਂ ਵਹਿੰਦੀ ਹੈ, ਬੀ ਖਾਂ ਵਹਿੰਦੀ ਹੈ। ਇਤਨਾ ਬਚਨ ਕਰਕੇ ਬਾਬਾ ਜੀ ਉੱਠ ਖਲੋਤੇ। ਦੂਜੇ ਦਿਨ ਪਤਾ ਲੱਗਣ ਤੇ ਸਰਦਾਰ ਜਸਵੰਤ ਸਿੰਘ ਹੋਰੀ ਤੇ ਬਾਗਾਂ ਦੇ ਹੋਰ ਸੇਵਕ ਆ ਹਾਜ਼ਰ ਹੋਏ। ਬੇਨਤੀ ਕੀਤੀ, ਸਾਨੂੰ 6 ਮੀਲ ਪੰਥ ਪੈਂਦਾ ਹੈ, ਕਿਰਪਾ ਕਰੋ ਭਿੜਕੀ ਤੇ ਹੀ ਪਧਾਰੋ। ਉਹ ਤਾਂ ਠੀਕ ਹੈ। ਇਹ ਸੁਣ ਕੇ ਪਹਿਲਾਂ ਤਾਂ ਬਾਬਾ ਜੀ ਨੇ ਫਰਮਾਇਆ, ਕੋਈ ਡਰ ਨਹੀਂ, ਘੋੜੀਆਂ ਤੁਹਾਡੇ ਪਾਸ ਆਨ, ਕਿਹੜਾ ਕੋਈ ਪੰਧ ਹੈ। ਪਰ ਫਿਰ ਬੇਨਤੀ ਕਰਨ ਪਰ
ਉਹਨਾਂ ਦਾ ਦਿਲ ਰੱਖਣ ਲਈ ਚੰਗਾ ਗੁਰੂ ਸਾਹਿਬ ਕੋਲੋਂ ਪੁੱਛ ਲਵੋ। ਨੇੜੇ ਹੀ ਰਠੌਰ ਲਬਾਣੇ ਸਿੰਘਾਂ ਦੇ ਕੁਝ ਘਰ ਸਨ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਸੀ। ਉੱਥੇ ਭਾਈ ਉੱਤਮ ਸਿੰਘ ਨੂੰ ਭੇਜ ਕੇ ਜਦ ਚਿੱਠੀਆਂ ਪਾਈਆਂ ਤਾਂ ਸਰਦਾਰ ਜਸਵੰਤ ਸਿੰਘ ਦੇ ਖੂਹ ਅਤੇ ਭਿੜਕਾਂ ਦੀ ਚਿੱਠੀਆਂ ਦੋਨੋਂ ਇੱਕੋ ਜਿਹੀਆਂ ਆ ਗਈਆਂ ਐਨ ਨਾਲੋਂ ਨਾਲ। ਫਿਰ ਹੁਕਮਨਾਮਾ ਲੈਣ 'ਤੇ ਜੋ ਸ਼ਬਦ ਆਇਆ ਉਸ ਨੂੰ ਭਾਈ ਉੱਤਮ ਸਿੰਘ ਲਿਖ ਕੇ ਲੈ ਗਿਆ ਤੇ ਉਸ ਨੂੰ ਪੜ੍ਹਨ 'ਤੇ ਹੁਕਮ ਪੰਪ 'ਤੇ ਠਹਿਰਨ ਦਾ ਆਇਆ ਹੀ ਸਮਝਿਆ ਗਿਆ। ਇਸ ਸਮੇਂ ਭਾਈ ਲੱਦਾ ਰਾਮ ਤੇ ਉਸ ਦੇ ਭਾਈਵਾਲ ਭਾਈ ਕਿਰਪਾਲ ਸਿੰਘ ਹੋਰਾਂ ਨੇ ਵਿਸ਼ੇਸ਼ ਸੇਵਾ ਕੀਤੀ, ਪਰ ਸੇਵਾ ਕਰਦਿਆਂ ਕਦੇ ਅਣਗਹਿਲੀ ਵੀ ਹੋ ਜਾਂਦੀ ਹੈ। ਇੱਕ ਦਿਨ ਦੀ ਗੱਲ ਹੈ ਕਿ ਬਾਬਾ ਜੀ ਨੇ ਜਾਂ ਤਾਂ ਸਰੀਰ ਦੇ ਢਿੱਲੇ ਹੋਣ ਕਾਰਨ ਜਾਂ ਵੈਸੇ ਹੀ ਭਾਈ ਉੱਤਮ ਸਿੰਘ ਨੂੰ ਭੋਗ ਲਗਾਉਣ ਲਈ ਹੁਕਮ ਕੀਤਾ। ਭਾਈ ਉੱਤਮ ਸਿੰਘ ਵਾਪਸ ਆਣ ਕੇ ਰੋਣ ਲੱਗ ਪਿਆ। ਕਹੇ ਗੁਰੂ ਸਾਹਿਬ ਨੇ ਅੱਜ ਪ੍ਰਸ਼ਾਦ ਨਹੀਂ ਛਕਿਆ। ਕਾਰਨ ਲੱਭਣ 'ਤੇ ਪਤਾ ਲੱਗਾ ਪ੍ਰਸ਼ਾਦਾ ਭਾਈ ਲੱਦਾ ਰਾਮ ਦੇ ਨੌਕਰ ਦੇ ਹੱਥ ਭੇਜ ਦਿੱਤਾ ਸੀ ਤੇ ਬੇਸਮਝ ਨੌਕਰ ਨੇ ਰਾਹ ਵਿੱਚ ਸਿਗਰਟ ਪੀ ਕੇ ਆਪਣੇ ਅਪਵਿੱਤਰ ਹੱਥਾਂ ਨਾਲ ਡੱਬਾ ਚੁੱਕੀ ਲਿਆਂਦਾ। ਸੋ ਬਾਬਾ ਜੀ ਨੇ ਤਾੜਨਾ ਕੀਤੀ ਕਿ ਜੇ ਸੇਵਾ ਕਰਨੀ ਹੈ ਤਾਂ ਆਪ ਕੀਤੀ ਜਾਵੇ, ਜਿਸ ਪਰ ਭਾਈ ਰਾਮ ਨੇ ਭੁੱਲ ਬਖਸ਼ਾਈ ਤੇ ਅੱਗੋਂ ਸਭ ਸੁਚੇਤ ਰਹਿਣ ਲੱਗੇ। 5 ਕੁ ਮਹੀਨਿਆਂ ਮਗਰੋਂ ਆਸਨ ਚੁੱਕਣ ਲੱਗਿਆਂ ਬਾਬਾ ਜੀ ਨੇ ਭਾਈ ਲੱਦਾ ਰਾਮ ਕਿਰਪਾਲ ਸਿੰਘ ਹੋਰਾਂ ਨੂੰ ਬਚਨ ਕੀਤਾ ਕਿ ਉਦੋਂ ਲਾਲ ਵਾਲੀ ਜ਼ਮੀਨ ਵੀ ਲੈ ਲੈਣੀ, ਫਲੀਭੂਤ ਹੋਵੇਗੀ। ਸੋ ਉਹਨਾਂ ਨੇ ਇਵੇਂ ਹੀ ਕੀਤਾ। ਜ਼ਮੀਨ ਐਡੀ ਫਲੀਭੂਤ ਹੋਈ ਕਿ ਗੱਜ ਗੱਜ ਉੱਚੀ ਕਣਕ ਉੱਗੀ, ਜਿੱਥੇ ਅੱਗੇ ਜ਼ਮੀਨ ਵੀ ਨੂੰ ਵੀ ਖਾ ਜਾਂਦੀ ਸੀ। ਇਹ ਸਭ ਕੁਝ ਦੇਖ ਕੇ ਨਾਲ 2 ਮੁਸਲਮਾਨ ਕਹਿਣ ਲੱਗੇ, ਇੱਥੇ ਤਾਂ ਖੁਦਾ ਆ ਬੈਠਾ ਹੈ। ਸੋ ਉਹਨਾਂ ਨੇ ਵੀ ਹੋਰ ਖੂਹ ਬਣਾ ਲਏ ਜਿਹੜੇ ਕਿ ਅੱਗੇ ਬੇਕਾਰ ਪਏ ਹੋਏ ਸਨ। ਇਸ ਸਮੇਂ ਵਿੱਚ ਹੋਈਆਂ ਹੋਰ ਘਟਨਾਵਾਂ ਦਾ ਜ਼ਿਕਰ ਕਈ ਸੰਗੀਆਂ ਦੀਆਂ ਹੱਡ ਬੀਤੀਆਂ ਵਿੱਚ ਆਉਂਦਾ ਹੈ, ਉੱਥੇ ਪੜ੍ਹਿਆ ਜਾਵੇਗਾ। ਇੱਥੋਂ ਜਦ ਆਸਨ ਚੁੱਕਿਆ ਤਾਂ ਸਰਦਾਰ ਜਸਵੰਤ ਸਿੰਘ ਅਨੁਸਾਰ ਸਿੱਧੇ ਦੇਊ ਸਿਆਲੀ ਪਧਾਰੇ। ਉੱਥੇ 2 ਕੁ ਮਹੀਨੇ ਠਹਿਰੇ। ਭਾਈ ਜੀਵਨ ਸਿੰਘ ਮਹਿੰਗਾ ਸਿੰਘ ਅਨਿਨ ਸੇਵਕਾਂ ਦੇ ਸੇਵਾ ਕਰਨੀ ਤੇ ਬਾਬਾ ਨਰੈਣ ਸਿੰਘ ਜੀ ਬੇਦੀ ਤੋਂ ਦੀਵਾਨ ਵਿੱਚ ਰੋਜ਼ ਕਥਾ ਕਰਵਾਉਣੀ। ਫਿਰ ਚੂਨੀਆਂ ਵੱਲ ਵੀ ਚੱਕਰ ਮਾਰਿਆ। ਜਿੱਧਰ ਜਾਂਦੇ ਜੰਗਲ ਵਿੱਚ ਮੰਗਲ ਹੋ ਜਾਂਦਾ। ਜਾਗੂ ਵਾਲੇ ਦੀ ਜੂਹੂ ਅੰਦਰ ਝਲਾਰਾਂ ਦੇ ਮਕਾਨ 'ਤੇ ਠਹਿਰੇ। ਸਥਾਨ 'ਤੇ ਕਿਵੇਂ ਇੱਕ ਦਰਸ਼ਕ ਦੀ ਵਧੀਆ ਘੋੜੀ ਚੋਰੀ ਹੋ ਗਈ ਤੇ ਫਿਰ ਕਿਵੇਂ ਕਲਕੱਤੇ ਜਿਹੇ ਦੂਰ ਦਰਾਂਡੇ ਪਾਸੇ ਤੋਂ ਵਾਪਸ ਆਈ। ਇੱਕ ਇਸ ਦਾ ਹਾਲ ਹੋਰ ਥਾਂ ਆਇਆ ਹੈ। ਉਪਰੰਤ ਮਾਲਵੇ ਵੱਲ ਮੋੜਾ ਕੀਤਾ। ਇੰਨੀ ਦਿਨੀ ਹੀ ਇੱਕ ਬੰਗਾਲੀ ਯੋਗਾ ਅਭਿਆਸੀ ਦਰਸ਼ਨਾਂ ਨੂੰ ਆਇਆ। ਹੋਰ ਕਈ ਜਗਿਆਸੂ ਅਧਿਆਤਮਕ ਭੁੱਖ ਤੇ ਪਿਆਸ ਦੂਰ ਕਰਨ ਲਈ ਸੋਭਾ ਸੁਣ ਕੇ ਆਉਂਦੇ ਰਹੇ। ਇਸ ਤਰ੍ਹਾਂ ਸਮਾਂ ਲੰਘਦਾ ਗਿਆ ਤੇ ਸੰਨ 1926 ਦਾ ਸਤੰਬਰ ਦਾ ਮਹੀਨਾ ਆ ਗਿਆ। ਸੰਗੀ ਆਪੋ ਆਪਣੇ ਇਲਾਕੇ ਵਿੱਚ ਚਰਨ ਪਾਉਣ ਦੀਆਂ ਬੇਨਤੀਆਂ ਕਰ ਰਹੇ ਸਨ। ਭਾਈ ਸੁੱਚਾ ਸਿੰਘ ਹੋਰਾਂ ਨੂੰ ਭਿਣਕ ਪਈ ਕਿ ਬਾਬਾ ਜੀ ਕਲੇਰਾਂ ਤੋਂ ਕਿਸੇ ਪਾਸੇ ਵੱਲ ਜਾਣ ਦੀ ਤਿਆਰੀ ਦੀ ਗੱਲ ਕਰ ਰਹੇ ਸਨ। ਕਥਨ ਅਨੁਸਾਰ ਪਤਾ ਲੱਗਣ 'ਤੇ ਅਸੀਂ ਦਰਸ਼ਨਾਂ ਨੂੰ ਚਲੇ ਗਏ ਇਸ ਗੱਲ ਦਾ ਨਿਰਣਾ ਕਰਨ ਲਈ ਕਿ ਕਿੱਧਰ ਪਿਆਨਾ ਕਰਨਾ ਹੈ। ਪਰਚੀਆਂ ਪੈਣੀਆਂ ਸਨ। ਅਸੀਂ ਬੇਨਤੀ ਕੀਤੀ, ਵੇਖੀਏ ਕਿਸ ਦੇ ਭਾਗ ਜਾਗਦੇ ਹਨ, ਜਿਵੇਂ ਨਿਰੰਕਾਰ ਕਰੇ। ਕਹਿ ਬਾਬਾ ਜੀ ਨੇ ਦਾਸਾਂ ਨੂੰ ਹੁਕਮ ਕੀਤਾ, ਬਾਜਾ ਜੋੜੀ ਲਵੋ ਤੇ ਬਾਹਰ ਜਾਓ, ਕੀਰਤਨ ਕਰੋ ਤੇ ਆਪਣੇ ਪੁੰਨ ਵਧਾਓ। ਉਸ ਵੇਲੇ ਠਾਠ ਸਰੋਵਰ ਵਾਲੀ ਥਾਂ ਤੋਂ ਪਿਛਾਂ ਸੀ ਇੱਕ ਕੱਚੀ ਕੁਹਾਰ ਟੋਇਆ ਸੀ। ਉੱਥੇ ਜਾਂ ਅਸਾਂ ਕੀਰਤਨ ਕਰਦਿਆਂ ਬੇਬੇ ਨਾਨਕੀ ਦੀ ਸੱਦ ਪੜੀ। ਪਿੱਛੋਂ ਪਤਾ ਲੱਗਾ ਕਿ ਅੰਦਰ ਜਦ ਚਿੱਠੀਆਂ ਪੈ ਰਹੀਆਂ ਸਨ ਤਾਂ ਚੂਨੀਆਂ ਤੇ ਮਗਿਆਣੇ ਦੀਆਂ ਚਿੱਠੀਆਂ ਪੇਸ਼ ਸਨ ਕਿ ਕਿੱਧਰ ਜਾਈਏ, ਪਰ ਬਾਬਾ ਜੀ ਨੇ ਆਪ ਮਿਹਰ ਕਰਕੇ ਝੋੜਾਂ ਦੀ ਚਿੱਠੀ ਪਾਉਣ ਲਈ ਵੀ ਹੁਕਮ ਦੇ ਦਿੱਤਾ। ਹਾਜ਼ਰ ਸੰਗੀਆਂ ਨੇ ਕਿਹਾ ਕਿ ਉੱਥੋਂ ਤਾਂ ਥੋੜੀ ਹੀ ਸੰਗਤ ਆਈ ਹੈ, ਪਰ ਬਾਬਾ ਜੀ ਨੇ ਫਰਮਾਇਆ ਚਿੱਠੀ ਜ਼ਰੂਰ ਪਾਉਣੀ ਹੈ, ਗਰੀਬ ਸੰਗਤ ਹੈ। ਉਦੋਂ ਤੋਂ ਹੀ ਇਸ ਸੰਗਤ ਦਾ ਨਾਮ ਗਰੀਬ ਸੰਗਤ ਪੈ ਗਿਆ। ਸੋ ਉਹਨਾਂ ਦੀ ਮਿਹਰ ਨਾਲ ਚਿੱਠੀ ਝੋੜਾਂ ਦੀ ਹੀ ਨਿਕਲ ਆਈ, ਪਰ ਸਾਨੂੰ ਕਿਸੇ ਨੇ ਦੱਸਿਆ। ਝੱਟ ਲਾਰੀ ਆ ਗਈ। ਬਾਬਾ ਜੀ ਅਗਲੀ ਸੀਟ 'ਤੇ ਬਿਰਾਜਮਾਨ ਹੋ ਗਏ। ਅਸੀਂ 4-5 ਸੱਜਣ ਲਾਰੀ ਦੇ ਮਹਿਰੇ ਖਲੋ ਕੇ ਦਰਸ਼ਨ ਕਰ ਰਹੇ ਸਾਂ ਕਿ ਬਾਬਾ ਜੀ ਨੇ ਫਰਮਾਇਆ ਬੈਠੋ ਵਿੱਚ। ਅਸਾਂ ਹੱਥ ਜੋੜ ਕੇ ਬੇਨਤੀ ਕੀਤੀ, ਆਗਿਆ ਬਖਸ਼ੋ, ਪਿੰਡ ਜਾਣਾ ਹੈ। ਬਾਬਾ ਜੀ ਭੋਲਿਓ, ਪਿੰਡ ਨੂੰ ਹੀ ਚੱਲਾਂਗੇ, ਬੈਠੋ ਵਿੱਚ। ਹੁਕਮ ਮੰਨ ਅਸੀਂ ਬੈਠ ਗਏ। ਲਾਰੀ ਚੱਲ ਪਈ।
ਜਗਰਾਵਾਂ ਪੁੱਜਣ 'ਤੇ ਅਸਾਂ ਅਣਜਾਣ ਪੁਣੇ ਵਿੱਚ ਫੇਰ ਉਹ ਬੇਨਤੀ ਦੁਹਰਾਈ। ਬਾਬਾ ਜੀ ਉਹ ਹੀ ਉੱਤਰ ਦਿੱਤਾ। ਫੇਰ ਬੱਸੀਆਂ ਪੁੱਜੇ। ਅਸਾਂ ਵਿੱਚ ਬੈਠਿਆਂ ਨੇ ਫੇਰ ਜਾਣ ਦੀ ਆਗਿਆ ਮੰਗੀ। ਸਾਨੂੰ ਕਿਸੇ ਨੇ ਦੱਸਿਆ ਕਿ ਨਹੀਂ ਸੀ ਕਿ ਲਾਰੀ ਕਿੱਧਰ ਜਾਣੀ ਹੈ, ਤੇ ਡਰ ਦੇ ਮਾਰੇ ਅਸਾਂ ਵੀ ਨਾ ਪੁੱਛਿਆ। ਬੱਸੀਆਂ ਜਾ ਕੇ ਸੰਗਤ ਖੜੀ ਸੀ। ਘੰਟਾ ਕੁ ਬਾਬਾ ਜੀ ਨੇ ਟਾਈਮ ਦਿੱਤਾ ਤੇ ਫੇਰ ਜਾ ਕੇ ਸਾਨੂੰ ਪਤਾ ਲੱਗਾ ਕਿ ਬਾਬਾ ਜੀ ਚੋਰਾਂ ਵੱਲ ਹੀ ਪਧਾਰ ਰਹੇ ਹਨ। ਇੱਕ ਸੰਗੀ ਪਿੰਡ ਨੂੰ ਭੱਜਾ ਗਿਆ ਕਿ ਅੱਗੇ ਜਾ ਕੇ ਖਬਰ ਦੇਵੇ। ਭਾਦਰੋਂ ਦੀ ਮੱਸਿਆ ਦਾ ਦਿਨ ਸੀ। ਖੂਹ ਨੇੜੇ ਕੋਈ ਨਹੀਂ ਸੀ। ਪ੍ਰੇਮ ਤੇ ਉਤਸ਼ਾਹ ਵਿੱਚ ਸੰਗਤਾਂ ਨੇ ਪਿੰਡੋਂ ਹੀ ਜਲ ਲਿਆ ਕਿ ਮੀਲ ਤੋਂ ਵੱਧ ਦੀ ਵਿੱਥ ਤੱਕ ਛਿੜਕਾਅ ਕਰ ਦਿੱਤਾ। ਜਦ ਪੁੱਜੇ ਤਾਂ ਬਾਬਾ ਜੀ ਦਾ ਗੱਡੀ ਤੋਂ ਉਤਰ ਕੇ ਪੈਦਲ ਚੱਲਣ ਦਾ ਫੁਰਨਾ ਹੋਇਆ, ਪਰ ਅਸਾਂ ਬੇਨਤੀ ਕੀਤੀ ਕਿ ਵਾਟ ਦੂਰ ਹੈ। ਫਿਰ ਪਿੰਡ ਦੇ ਨੇੜੇ ਜਾ ਕੇ ਉਤਰ ਕੇ ਕੀਰਤਨ ਸ਼ੁਰੂ ਹੋ ਗਿਆ। ਪਿੰਡ ਦੇ ਵਿੱਚੋਂ ਲੰਘਣ ਸਮੇਂ ਇੱਕ ਘਰ ਵੱਲ ਖਾਸ ਤੌਰ 'ਤੇ ਨਿਗਾਹ ਮਾਰੀ, ਪਰ ਬਚਨ ਕੋਈ ਨਹੀਂ ਕੀਤਾ। ਪਿੰਡ ਵਿੱਚੋਂ ਲੰਘਦਿਆਂ ਇੱਕ ਸੁਹਾਵਣਾ ਜਲੂਸ ਜਿਹਾ ਬਣ ਗਿਆ। ਬਾਬਾ ਜੀ ਦੇ ਦੋਹੀਂ ਪਾਸੇ ਕੀਰਤਨੀਏ ਸਨ। ਤਬਲੇ ਲੱਕਾਂ ਨਾਲ ਬੰਨੇ ਹੋਏ ਤੇ ਵਾਜੇ ਗਲਾਂ ਵਿੱਚ ਪਾਏ ਹੋਏ। ਸ੍ਰੀ ਗੁਰੂ ਰਾਮਦਾਸ ਜੀ ਦੇ ਸਾਰੇ ਛੁੱਕਿਆਂ ਦਾ ਕੀਰਤਨ ਕੀਤਾ ਤੇ ਅਖੀਰ ਤੇ ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ ਦਾ ਸ਼ਬਦ ਅਤ ਪ੍ਰੇਮ ਨਾਲ ਗਾਇਨ ਕੀਤਾ ਗਿਆ। ਇਹੋ ਸ਼ਬਦ ਹੀ ਅਸੀਸ ਅਤੇ ਉਪਮਾ ਦੇ ਤੌਰ 'ਤੇ ਬਾਬਾ ਜੀ ਹਮੇਸ਼ਾ ਪੜ੍ਹਦੇ ਸਨ। ਠਹਿਰੇ ਵੀ ਜੋਧ ਸਿੰਘ ਦੇ ਮੈਰੇ ਵਿੱਚ। ਜਦ ਸਰਦਾਰ ਜੋਧ ਸਿੰਘ ਨੇ ਹਾਜ਼ਰ ਹੋ ਕੇ ਕਿਹਾ ਕਿ ਅਸੀਂ ਬੜੇ ਮਾੜੇ ਹਾਂ, ਤਾਂ ਫਰਮਾਇਆ, ਤੇਰੇ ਕਰਕੇ ਖੌਰੇ ਕਿਤਨਿਆਂ ਨੇ ਤਰਨਾ ਹੈ। ਸੋ 15 ਦਿਨਾਂ ਦਾ ਵਕਤ ਦੇ ਕੇ ਪੂਰਨਮਾਸ਼ੀ ਤੋਂ ਤੀਜੇ ਦਿਨ ਪਿੱਛੋਂ ਬਾਬਾ ਜੀ ਨੇ ਆਸਨ ਚੁੱਕ ਲਿਆ, ਕਿਉਂਕਿ ਬਹਿੜਵਾਲ ਦਾ ਸਰਦਾਰ ਰਛਪਾਲ ਸਿੰਘ ਕਿਤਨੇ ਦਿਨਾਂ ਤੋਂ ਬੈਠਾ ਹੋਇਆ ਸੀ ਤੇ ਚੂਨੀਆਂ ਵੱਲ ਲਿਜਾਣ ਲਈ ਬੇਨਤੀਆਂ ਕਰ ਰਿਹਾ ਸੀ। ਤਿਆਰੀ ਕਰਦਿਆਂ ਕਰਦਿਆਂ ਪਿਛਲਾ ਪਹਿਰ ਹੋ ਗਿਆ। ਮੋਟਰ ਲਾਰੀ ਸੇਵਾ ਵਿੱਚ ਹਾਜ਼ਰ ਸੀ। ਚੋਰਾਂ ਤੋਂ ਚੱਲ ਕੇ ਜਦ ਬੱਸੀਆਂ ਪੁੱਜੇ ਤਾਂ ਸੰਗਤਾਂ ਦਾ ਬੜਾ ਇਕੱਠ ਹੋ ਗਿਆ। ਬੱਸੀਆਂ ਦੀ ਸੰਗਤ ਨੂੰ ਪੂਰੇ ਘੰਟੇ ਦਾ ਸਮਾਂ ਦਿੱਤਾ। ਅੰਮ੍ਰਿਤਮਈ ਬਾਣੀ ਦੀ ਵਰਖਾ ਕੀਤੀ। ਗੱਡੀ ਜਗਰਾਵਾਂ ਤੋਂ ਪਕੜਨੀ ਸੀ ਤੇ ਇੱਧਰ ਹੁਣ ਸੂਰਜ ਵੀ ਛਿਪ ਗਿਆ ਸੀ। ਕਮਾਲਪੁਰਾ ਤੇ ਰੂਮੀ ਦੇ ਪਿੰਡ ਲੰਘ ਕੇ 1.5 ਕੁ ਮੀਲ ਅਗਾਂਹ ਜਾ ਚੁੱਕੇ ਸਨ ਕਿ ਰਾਹ ਵਿੱਚ ਬਾਬਾ ਜੀ ਨੇ ਮੋਟਰ ਰੋਕਣ ਲਈ ਇਸ਼ਾਰਾ ਕੀਤਾ, ਪਰ ਗੱਡੀ ਦਾ ਵਕਤ ਥੋੜ੍ਹਾ ਹੋਣ ਕਰਕੇ ਸਰਦਾਰ ਰਛਪਾਲ ਸਿੰਘ ਨੇ ਡਰਾਈਵਰ ਨੂੰ ਕਿਹਾ ਕਿ ਉਹ ਛੇਤੀ ਚੱਲੇ। ਇੱਥੇ ਵੀ ਲਾਰੀ ਰੋਕਣ ਵਾਸਤੇ ਬਾਬਾ ਜੀ ਨੇ ਦੁਬਾਰਾ ਇਸ਼ਾਰਾ ਕੀਤਾ, ਪਰ ਡਰਾਈਵਰ ਵੀ ਅਣਜਾਣ ਸੀ, ਸੋ ਚਲਾਈ ਗਿਆ। ਥੋੜ੍ਹੀ ਦੂਰ ਹੀ ਲਾਰੀ ਗਈ ਸੀ ਕਿ ਪਹੀਏ ਦਾ ਚੱਕਾ ਨਿਕਲ ਗਿਆ। ਸੱਟ ਫੇਰ ਤਾਂ ਕਿਸੇ ਨੂੰ ਨਾ ਲੱਗੀ, ਪਰ ਲਾਰੀ ਰੁਕ ਗਈ। ਉਸ ਥਾਂ ਨੇ ਨੇੜੇ ਹੀ ਇੱਕ ਖੂਹ ਸੀ। ਬਾਬਾ ਜੀ ਨੇ ਟਹਿਲਦੇ ਉੱਥੇ ਚਲੇ ਗਏ। ਜਲ ਪਾਣੀ ਵਰਤਾਇਆ ਗਿਆ। ਫਿਰ ਵਾਹਨ ਵਿੱਚ ਹੀ ਆਸਨ ਲਾ ਦਿੱਤਾ ਗਿਆ। ਹਾਲੀ 2 ਕੁ ਘੰਟੇ ਹੀ ਲੰਘੇ ਸਨ ਕਿ ਬਾਬਾ ਜੀ ਇੱਕ ਕੱਚੇ ਜਿਹੇ ਥੜੇ ਉੱਤੇ ਖਲੋਤੇ ਹੋਏ ਸਨ ਕਿ ਇੱਕ ਕਾਲਾ ਨਾਗ ਫੁਕਾਰੇ ਮਾਰਦਾ ਫਨ ਚੁੱਕੀ ਉਧਰ ਆ ਗਿਆ। ਸੰਗਤ ਵਿੱਚੋਂ ਕੁਝ ਸੱਜਣ ਨਾਗ ਨੂੰ ਮਾਰਨ ਲਈ ਤਿਆਰ ਹੋਏ, ਪਰ ਬਾਬਾ ਜੀ ਨੇ ਉਹਨਾਂ ਨੂੰ ਰੋਕ ਦਿੱਤਾ। ਜਦੋਂ ਨਾਗ ਬਹੁਤ ਨੇੜੇ 2 ਕੁ ਗਜ ਆ ਗਿਆ, ਵਾਰਤਾ ਸੁਣਾਉਣ ਵਾਲੇ ਦੇ ਅਨੁਸਾਰ ਜਦੋਂ ਉਸਨੇ ਦਰਸ਼ਨ ਕਰ ਲਏ ਤਾਂ ਉਹ ਫਨ ਹੇਠਾਂ ਸੁੱਟ ਲੰਮਾ ਪੈ ਗਿਆ ਤੇ ਬਾਬਾ ਜੀ ਦੇ ਇਸ਼ਾਰੇ 'ਤੇ ਫਿਰ ਉਸ ਨੂੰ ਮਾਰ ਦਿੱਤਾ ਗਿਆ। ਬਾਬਾ ਜੀ ਨੇ ਆਪਣੇ ਪਾਸੋਂ ਪਰਨਾ ਦਿੱਤਾ ਤੇ ਕੀਰਤਨ ਸੋਹਿਲੇ ਦਾ ਪਾਠ ਕਰਕੇ ਨਾਗ ਨੂੰ ਦਬਾ ਦੇਣ ਲਈ ਕਿਹਾ, ਤੇ ਸਾਰਿਆਂ ਨੇ ਨਾਗ ਦੇ ਨਮਿਤ 240 ਜਪਜੀ ਸਾਹਿਬ ਦੇ ਪਾਠ ਕਰਨੇ ਮੰਨੇ। ਰਾਤ ਉੱਥੇ ਹੀ ਕੱਟੀ। ਬਾਬਾ ਜੀ ਨੇ ਫਰਮਾਇਆ ਕਿ ਇਹ ਨਾਗ ਪਿੱਛੋਂ ਦਾ ਸੰਗੀ ਸੀ, ਇਸ ਦੀ ਪੁਕਾਰ ਸੀ, ਇਸ ਦਾ ਉਧਾਰ ਕਰਨਾ ਸੀ, ਤਾਂ ਹੀ ਮੋਟਰ ਦਾ ਚੱਕਾ ਲੱਥਾ ਤੇ ਇਸ ਦੇ ਕਰਕੇ ਹੀ ਠਹਿਰਨਾ ਪਿਆ। ਚੋਰਾਂ ਦਾ ਭਾਈ ਕਰਤਾਰ ਸਿੰਘ ਬਾਬਾ ਜੀ ਦਾ ਹਜ਼ੂਰੀ ਸੇਵਕ ਸੀ। ਉਸ ਦੇ ਮਾਮੇ ਦੀ ਲੜਕੀ ਰੂਮੀ ਪਿੰਡ ਵਿਆਹੀ ਹੋਈ ਸੀ। ਕਰਤਾਰ ਸਿੰਘ ਦੇ ਬੇਨਤੀ ਕਰਨ ਤੇ ਪ੍ਰਸ਼ਾਦਾ ਉਹਨਾਂ ਦੇ ਘਰ ਪ੍ਰਵਾਨ ਕੀਤਾ ਗਿਆ। ਪ੍ਰਸ਼ਾਦਾ ਛਕਣ ਪਿੱਛੋਂ ਉਹਨਾਂ ਦੇ ਸਾਰੇ ਪਰਿਵਾਰ ਨੂੰ ਵਕਤ ਦਿੱਤਾ ਗਿਆ। ਉਸ ਲੜਕੀ ਦਾ ਕੋਈ ਲੜਕਾ ਨਹੀਂ ਸੀ ਬਚਦਾ। ਜਦ ਉਹਨਾਂ ਨੇ ਬੇਨਤੀ ਕੀਤੀ ਕਿ 2 ਲੜਕੇ ਹੋਏ ਸਨ ਪਰ ਮਰ ਗਏ ਸਨ,
ਤਾਂ ਬਾਬਾ ਜੀ ਨੇ ਫਰਮਾਇਆ, ਸੁਖ ਹੋ, ਰੱਬ ਭਲੀ ਕਰੇਗਾ। ਇਸ ਘਟਨਾ ਪਿੱਛੋਂ ਉਸ ਕਾਕੀ ਦੇ ਘਰ 2 ਕਾਕੇ ਹੋਏ ਜੋ ਹੁਣ ਤੱਕ ਸਹੀ ਸਲਾਮਤ ਹਨ ਤੇ ਸੰਗਤ ਕਰਦੇ ਹਨ। ਵੱਡੇ ਦਾ ਨਾਮ ਬੂਟਾ ਸਿੰਘ ਰੱਖਿਆ ਕਿਉਂਕਿ ਉਸਦੇ ਜਨਮ ਨਾਲ ਹੀ ਉਸ ਘਰਾਣੇ ਦਾ ਬੂਟਾ ਲੱਗਿਆ। ਸੋ ਇਹ ਸਨ ਅਸਲ ਕਾਰਨ ਬਾਬਾ ਜੀ ਦੇ ਅਟਕਣ ਦੇ। ਨਾਗ ਦਾ ਉਧਾਰ ਕਰਨਾ ਤੇ ਬੀਬੀ ਨੂੰ ਪੁੱਤਰਾਂ ਦੀ ਦਾਤ ਬਖਸ਼ਿਸ਼ ਕਰਨੀ। ਸਟੇਸ਼ਨ ਤੋਂ ਗੱਡੀ ਚੜਾ ਕੇ ਸੰਗਤ ਤਾਂ ਵਾਪਸ ਚਲੀ ਗਈ। ਕੇਵਲ ਕਲੇਰਾਂ ਦਾ ਭਾਈ ਕਰਤਾਰ ਸਿੰਘ ਹਜੂਰੀਆ ਹੀ ਨਾਲ ਗਿਆ। ਅਗਲੀ ਪੂਰਨਮਾਸ਼ੀ ਨੂੰ ਝੋੜਾਂ ਦੀ ਸੰਗਤ ਦਰਸ਼ਨ ਕਰਨ ਨੂੰ ਵੀ ਗਈ। ਬਹਿੜਵਾਲ ਦੀ ਬਾਰ ਵਿੱਚ ਭੂਨੀ ਕੇ ਆਏ। ਠਹਿਰਨ ਦੀ ਥਾਂ ਜੋ ਚੁਣੀ ਉਹ ਰੋਸੇ ਟਿੱਬੇ ਤੋਂ 6 ਕੁ ਮੀਲ ਦੂਰ ਸੀ। ਵਨ ਕਰੀਬ ਝਾੜੀਆਂ ਵੱਢ ਕੇ ਵਾੜ ਕੀਤੀ ਗਈ। ਮਹਿਕਮਾ ਜੰਗਲਾਤ ਵਾਲੇ ਅਫਸਰਾਂ ਨੂੰ ਪਤਾ ਲੱਗਣ ਤੇ ਉਹ ਵੀ ਦੇਖਣ ਵਾਸਤੇ ਆਏ, ਪਰ ਉਹਨਾਂ ਨੂੰ ਪਤਾ ਕੁਝ ਨਾ ਲੱਗਾ। ਤਾਂ ਵੀ ਬਾਬਾ ਜੀ ਨੂੰ ਉਹਨਾਂ ਦੇ ਆਉਣ ਦੀ ਭਿਣਕ ਪੈ ਗਈ। ਸੋ ਫਰਮਾਉਣ ਲੱਗੇ, ਹੁਣ ਇੱਥੇ ਨਹੀਂ ਰਹਿਣਾ, ਅਤੇ ਉੱਥੋਂ ਆਸਣ ਚੁੱਕ ਪ੍ਰਤਾਪਗੜ੍ਹ ਦੀ ਜੂ ਵਿੱਚ ਆ ਗਏ। ਇੱਛਾ ਅਨੁਸਾਰ ਇੱਥੇ ਭੋਰੇ ਬਣਾਏ ਗਏ, ਪਰ ਇੰਨੀ ਦਿਨੀ ਵੀ ਪੁੱਛੋਂ ਵਾਲੇ ਬਿਮਾਰ ਹੋ ਗਏ, ਸੋ ਉਹਨਾਂ ਦੇ ਦਰਸ਼ਨ ਨੂੰ ਪੁੱਛੋਂ ਪੁੱਜੇ। ਉਪਰੰਤ ਪਤੋਕੀ ਅਤੇ ਛਾਂਗੇ ਮਾਂਗੇ ਦੇ ਅੱਧ ਵਿੱਚ ਇੱਕ ਕੁਟੀਆ ਬਣਵਾ ਕੇ ਕੁਝ ਸਮਾਂ ਬਤੀਤ ਕਰਨ ਦਾ ਪਤਾ ਲੱਗਦਾ ਹੈ। ਫਿਰ ਸਰਦਾਰ ਜਸਵੰਤ ਸਿੰਘ ਹੋਰੀ ਬਾਗਾਂ ਤੋਂ ਲੈਣ ਆ ਗਏ। ਇੱਥੋਂ ਝੰਗ ਮਗਿਆਣੇ ਵੱਲ ਜਾਂਦਿਆਂ ਭਾਈ ਸਰਦਾਰ ਸਮੁੰਦ ਸਿੰਘ ਜੀ ਰਾਗੀ ਨੂੰ ਵੀ ਦੇਵਨੇਤ ਨਾਲ ਰਾਹ ਵਿੱਚ ਦਰਸ਼ਨ ਹੋ ਗਏ। ਭਾਈ ਸਾਹਿਬ ਦੀ ਜ਼ੁਬਾਨੀ ਸੰਮਤ 1927 ਵਿੱਚ ਫੱਗਣ ਚੇਤਰ ਦਾ ਮਹੀਨਾ ਤੇ ਲੋਹੜੇ ਵੇਲੇ ਦਾ ਸਮਾਂ ਸੀ, ਜਦ ਕਿ ਮਗਿਆਣੇ ਨੂੰ ਜਾਂਦਿਆਂ ਬਾਬਾ ਜੀ ਨਨਕਾਣਾ ਸਾਹਿਬ ਦਰਸ਼ਨਾਂ ਨੂੰ ਠਹਿਰੇ। ਉਸੇ ਵੇਲੇ ਚਿੱਟਾ ਚੌਲਾ ਤੇ ਗਲ ਚਿੱਟੀ ਦਸਤਾਰ ਸੀ। ਦੂਰੋਂ ਹੀ ਮੈਂ ਪਛਾਣ ਲਿਆ ਤੇ ਜਾ ਮੱਥਾ ਟੇਕਿਆ। ਫੁਰਮਾਨ ਲੱਗੇ ਕਿ ਮੱਥਾ ਟੇਕਣ ਲਈ ਸ੍ਰੀ ਦਰਬਾਰ ਸਾਹਿਬ ਜਾ ਰਹੇ ਹਾਂ, ਸੋ ਮੈਂ ਵੀ ਨਾਲ ਤੁਰ ਪਿਆ। ਹਸਪਤਾਲ ਦੇ ਨੇੜੇ ਆ ਜਰਾ ਠਹਿਰ ਗਏ। ਇੰਨੇ ਚਿਰ ਵਿੱਚ ਕੁਝ ਸੱਜਣ ਹੋਰ ਆ ਗਏ, ਜਿਨ੍ਹਾਂ ਦਾ ਪਰਿਚਾ ਕਰਾਇਆ ਗਿਆ। ਇਸ ਪਰ ਬਾਬਾ ਜੀ ਨੇ ਗੁਰਮੁਖ ਰੋਮ ਰੋਮ ਧਿਆਵੇ ਦੀ ਵਿਥਿਆ ਖਲੋਤੇ ਹੀ ਕੀਤੀ। 15-20 ਮਿੰਟਾਂ ਪਿੱਛੋਂ ਸ੍ਰੀ ਜਨਮ ਅਸਥਾਨ ਪੁੱਜ ਗਏ। ਮੱਥਾ ਟੇਕਿਆ, ਪਰਿਕਰਮਾ ਕੀਤੀ, ਫਿਰ ਹੋਰ ਦਰਸ਼ਨ ਮੇਲੇ ਕਰਕੇ ਰਾਤ ਨੂੰ 7:30 ਵਜੇ ਦੀ ਗੱਡੀ ਤੇ ਅਗਾਂਹ ਚਾਲੇ ਪਾ ਦਿੱਤੇ। ਝੰਗ ਮਗਿਆਣੇ ਵੱਲ ਜਾਂਦਿਆਂ ਜਾਂ ਉਧਰੋਂ ਮਾਲਵੇ ਵੱਲ ਆਉਂਦਿਆਂ ਬਾਬਾ ਜੀ ਬਹੁਤ ਕਰਕੇ ਰੇਲ ਗੱਡੀ ਵਿੱਚ ਸਫ਼ਰ ਕੀਤਾ ਕਰਦੇ ਤੇ ਸਮੇਂ ਅਨੁਸਾਰ ਨਨਕਾਣਾ ਸਾਹਿਬ ਦਰਸ਼ਨਾਂ ਲਈ ਇਸ ਤਰ੍ਹਾਂ ਠਹਿਰ ਜਾਂਦੇ। ਅੱਗੋਂ ਗੱਡੀ ਦਾ ਰਾਹ ਜੜਾਵਾਲਾ, ਤਾਦਿਆਂ ਵਾਲੀ, ਕਮਾਲੀਆਂ, ਸ਼ੋਰਕੋਟ ਵਾਲਾ ਹੁੰਦਾ। ਕਦੀ ਸਾਂਗਲਾ, ਚਕਚੁਮਰੇ, ਹੰਡੋਵਾਲੀ ਦਾ ਰਾਹ ਲੈ ਲੈਂਦੇ। ਆਮ ਤੌਰ ਤੇ ਬਾਬਾ ਜੀ ਸਰਦੀਆਂ ਦੀ ਰੁੱਤ ਹੀ ਅਕਤੂਬਰ ਤੇ ਮਾਰਚ ਤੱਕ ਝੰਗ ਮਗਿਆਣੇ ਵੱਲ ਬਤੀਤ ਕੀਤਾ ਕਰਦੇ ਸਨ, ਭਾਵੇਂ 2 ਕੁ ਵੇਰੀ ਗਰਮੀਆਂ ਵਿੱਚ ਵੀ ਪਧਾਰੋ। ਸਰਦਾਰ ਜਸਵੰਤ ਸਿੰਘ ਹੋਰਾਂ ਦੀ ਬੇਨਤੀ ਕਰਨ ਤੇ ਇਸ ਵੇਰੀ ਇੱਕ ਹੋਰ ਥਾਂ ਪਸੰਦ ਕੀਤੀ ਗਈ। ਇਹ ਸੀ ਨਗਰ ਤੋਂ 2 ਮੀਲ ਉੱਤਰ ਵੱਲ ਤੋਂ ਭਿੜਕੀ ਤੋਂ ਮੀਲ ਭਰ ਦੱਖਣ ਵੱਲ ਜੰਗਲ ਜਿਹਾ, ਜਿਸ ਵਿੱਚ ਸਰਕੰਡੇ ਹੀ ਸਰਕੰਡੇ ਸਨ। ਇਸ ਦੇ ਨੇੜਿਓਂ ਹੀ ਝੰਗ ਬ੍ਰਾਂਚ ਨਹਿਰ ਦੀ ਖਾਲ ਵਗਦੀ ਸੀ। ਜਗ੍ਹਾ ਬੜੀ ਇਕਾਂਤ ਹੋਣ ਕਰਕੇ ਪਸੰਦ ਆਉਣ ਦੀ ਦੇਰ ਸੀ ਕਿ ਝੱਟ ਇੱਕ ਕੱਚੀ ਕੁਟੀਆ ਪੈ ਗਈ। ਸਰਦਾਰਾਂ ਨੇ ਇੱਥੇ ਇੱਕ ਖੂਹ ਪੁਟਾਉਣ ਦਾ ਵੀ ਫੈਸਲਾ ਕਰ ਦਿੱਤਾ, ਜਿਸ ਦਾ ਨਾਮ ਸਰਕਾਰੀ ਕਾਗਜ਼ਾਂ ਵਿੱਚ ਵੀ ਸੰਤਾਂ ਵਾਲਾ ਉਹਨਾਂ ਲਿਖਵਾ ਦਿੱਤਾ। ਭਾਵੇਂ ਨਗਰ ਦੇ ਨੇੜੇ 2 ਕੁ ਫਰਲਾਂਗ ਉੱਤਰ ਵੱਲ ਇੱਕ ਟਾਹਲੀਆਂ ਵਾਲੇ ਖੂਹ ਦੇ ਨੇੜੇ ਜਦ ਪਹਿਲਾਂ ਆਣ ਕੇ ਠਹਿਰਦੇ ਰਹੇ ਤਾਂ ਉਸ ਨੂੰ ਵੀ ਲੋਕ ਸੰਤਾਂ ਵਾਲਾ ਕਹਿਣ ਲੱਗ ਪਏ ਸਨ। ਇਸ ਅਸਥਾਨ ਤੇ ਹਾਲੀ 3 ਕੁ ਮਹੀਨੇ ਠਹਿਰੇ ਹੋਣਗੇ ਕਿ ਪੁੱਛੋਂ ਵਾਲਿਆਂ ਦੀ ਅੰਦਰੋਂ ਅੰਦਰ ਤਾਰ ਖੜਕ ਪਈ, ਕਿਉਂਕਿ ਉਹਨਾਂ ਦੇ ਚੋਲਾ ਬਦਲਣ ਦਾ ਸਮਾਂ ਨੇੜ ਆ ਰਿਹਾ ਸੀ। ਸੋ ਮਾਲਵੇ ਨੂੰ ਮੁਹਾਰਾ ਮੋੜੀਆਂ। ਇਸੇ ਵੇਰੀ ਪੁੱਛੋਂ ਵੱਲ ਨਹਿਰ ਦੀ ਪਟੜੀ ਤੇ ਜਾਂਦਿਆਂ ਨਹਿਰ ਤੇ ਇੱਕ ਕਰਮਚਾਰੀ ਵੱਲੋਂ ਰੁਕਾਵਟ ਪਾਉਣ ਦਾ ਯਤਨ ਕੀਤਾ ਗਿਆ, ਜਿਸ ਦਾ ਜ਼ਿਕਰ ਕਿਸੇ ਹੋਰ ਸਬੰਧ ਵਿੱਚ ਆਇਆ ਹੈ।
ਤੇ ਜਿਸ ਦੇ ਪਤਾ ਲੱਗਣ ਉੱਤੇ ਪੁੰਚੋ ਵਾਲੇ ਬੀਰ ਰਸ ਵਿੱਚ ਆ ਗਏ। ਫਿਰ ਉਸ ਨਹਿਰੀਏ ਨਾਲ ਜੋ ਬੀਤੀ, ਉਸ ਦਾ ਵਰਣਨ ਇੱਥੇ ਕਰਨ ਦੀ ਲੋੜ ਨਹੀਂ। ਗੁਰਦੇਵ ਦੇ ਦਰਸ਼ਨ ਕਰਕੇ ਲਹਿਰੇ ਹਾਜ਼ਰੀ ਭਰਦੇ ਹੋਇਆ ਕੁਝ ਸਮੇਂ ਲਈ ਕਲੇਰਾਂ ਨਾਨਕਸਰ ਠਾਠ 'ਤੇ ਆ ਗਏ। ਫਿਰ ਮਝੈਲ ਸੇਵਕਾਂ ਦੀ ਬੇਨਤੀ ਮੰਨ ਉਧਰ ਪਿਆਨਾ ਕੀਤਾ। ਇਸ ਵੇਰੀ ਬਹਿੜਵਾਲ ਦੀ ਰੱਖ ਵਿੱਚ ਟਿਕੇ। 5-7 ਮਹੀਨੇ ਹੀ ਠਹਿਰੇ ਹੋਣਗੇ। ਇਲਾਕੇ ਦੇ ਕਈ ਥਾਵਾਂ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ। ਇੱਥੇ ਇਸ ਵਰੇ ਵੀ ਮਾਇਆ ਨੇ ਇਸਤਰੀ ਰੂਪ ਧਾਰ ਕੇ ਠਾਠ ਦੀ ਮਰਿਆਦਾ ਵਿਰੁੱਧ ਉੱਥੇ ਠਹਿਰਨ ਦਾ ਯਤਨ ਕੀਤਾ, ਪਰ ਧੱਕੇ ਪੈਣ 'ਤੇ ਨਿਸ਼ਚਿਤ ਹੋ ਗਈ ਕਿ ਇੱਥੇ ਮੇਰੀ ਜਾ ਨਾ ਵਾਹ ਨਹੀਂ ਲੱਗਣੀ, ਸੋ ਅੱਗੇ ਤੋਂ ਦਾਸੀ ਹੋ ਕੇ ਵਰਤਨ ਦਾ ਨਿਸ਼ਚਾ ਕਰ ਲਿਆ। ਦਸੰਬਰ ਦਾ ਮਹੀਨਾ ਮੁੱਕਣ 'ਤੇ ਆ ਗਿਆ ਸੀ ਕਿ ਤਾਰ ਆ ਗਈ। ਪੁੱਚੋਂ ਵਾਲੇ ਚੋਲਾ ਛੱਡਣ ਨੂੰ ਤਿਆਰ ਬੈਠੇ ਸਨ, ਸੋ ਝਟਪਟ ਉੱਥੇ ਪੁੱਜਣ ਦਾ ਪ੍ਰਬੰਧ ਕੀਤਾ। ਉੱਥੇ ਪਹੁੰਚ ਕੇ ਜੋ ਕੁਝ ਵੇਖਿਆ ਤੇ ਕੀਤਾ ਉਸ ਦਾ ਸੰਖੇਪ ਵਰਣਨ ਪਹਿਲੇ ਅੰਤਕੇ ਵਿੱਚ ਆ ਚੁੱਕਿਆ ਹੈ। ਪੁੱਚੋਂ ਤੋਂ ਲਹਿਰੇ ਹੁੰਦਿਆਂ ਹੋਇਆਂ ਨਾਨਕਸਰ ਆ ਠਹਿਰੇ। ਹੁਣ ਫਿਰ ਬਾਗਾਂ ਦੀ ਸੰਗਤ ਦੀਆਂ ਅਰਜ਼ੋਈਆਂ ਆਉਣ ਲੱਗ ਪਈਆਂ, ਕਿਉਂਕਿ ਬਾਬਾ ਜੀ ਨੇ ਫੇਰਿਆਂ ਟੋਰਿਆਂ ਦੇ ਓਨੇ ਦਿਨੇ ਵੱਡੇ ਇਲਾਕੇ ਤਾਂ 3-4 ਹੀ ਸਨ, ਜਿਨ੍ਹਾਂ ਨੂੰ ਸਰਦਾਰ ਸੁਰੈਣ ਸਿੰਘ ਹੁਣੀ ਪੱਕੇ ਅੱਡੇ ਕਿਹਾ ਕਰਦੇ। ਜਿਵੇਂ ਕਿ ਪਾਠਕ ਵੀ ਹੁਣ ਤੱਕ ਸਮਝ ਗਏ ਹੋਣਗੇ, ਉਹ ਠਿਕਾਣੇ ਇਹ ਸਨ: ਮਾਲਵਾ ਭਾਵ ਕਲੇਰਾਂ, ਜਗਰਾਓਂ ਤੇ ਮੋਗੇ ਤਹਿਸੀਲ ਦੇ ਪਿੰਡ ਜਾਂ ਬਠਿੰਡੇ ਦੇ ਨੇੜੇ ਤੇੜੇ ਦਾ ਇਲਾਕਾ, ਮਾਝਾ ਤਹਿਸੀਲ ਚੂਨੀਆਂ ਦੇ ਪਿੰਡ, ਝੰਗ ਮਘਿਆਣਾ ਜਿਸ ਵਿੱਚ ਮਘਿਆਣੇ ਦੇ ਬਾਗਾਂ ਵਿਚਕਾਰ ਪਿੜਕੀ ਹੀ ਮੁੱਖ ਸਥਾਨ ਸੀ। ਪੱਛਮ ਦੱਖਣ ਵਾਲੇ ਪਾਸੇ ਮਿਟਗੁਮਰੀ ਤੇ ਉਸ ਜ਼ਿਲ੍ਹੇ ਦੇ ਹੋਰ ਕੁਝ ਸਥਾਨ ਵੀ ਸਨ, ਜਿਹਾ ਕਿ ਹੜੱਪਾ। 3-4 ਮਹੀਨੇ ਸਰਦੀਆਂ ਵਿੱਚ ਬਾਗਾਂ ਦੀ ਸੰਗਤ ਨੂੰ ਨਿਹਾਲ ਕਰਦੇ। ਇਲਾਹੀ ਮਾਲਕ ਦੇ ਹੁਕਮ ਅੰਦਰ ਮਈ ਦੇ ਮਹੀਨੇ ਵਿੱਚ ਵਾਪਸ ਚਾਲੇ ਪਾ ਦਿੱਤੇ। ਐਤਕੀ ਖਾਨੇਵਾਲ ਦਾ ਰਾਹ ਫੜਿਆ, ਪਰ ਜਦ ਮਿਟਗੁਮਰੀ ਸ਼ਹਿਰ ਦਾ ਸਟੇਸ਼ਨ ਆਇਆ ਤਾਂ ਹੁਕਮ ਅੰਦਰ ਇੱਥੇ ਹੀ ਉਤਰਨ ਦਾ ਸੰਕਲਪ ਪ੍ਰਗਟ ਕੀਤਾ। ਸੇਵਾ ਵਿੱਚ ਉਸ ਵੇਲੇ ਸਰਦਾਰ ਜਸਵੰਤ ਸਿੰਘ ਹੀ ਸੀ ਤੇ ਨਾਲ ਸੀ ਛੋਟਾ ਜਿਹਾ ਰਾਗੀ ਜੱਥਾ ਭਾਈ ਸੰਤਾ ਸਿੰਘ ਦਾ। ਕਿਸੇ ਸਥਾਨਕ ਸੇਵਕ ਨੂੰ ਤਾਂ ਸੂਚਨਾ ਦਿੱਤੀ ਹੀ ਨਹੀਂ ਸੀ, ਤਾਂ ਸ਼ਹਿਰੋਂ ਬਾਹਰ ਉੱਤਰ ਪੱਛਮ ਵੱਲ 3 ਕੁ ਮੀਲ ਦੀ ਵਿੱਥ ਤੇ ਬਾਬਾ ਜੀ ਦੇ ਪੁਰਾਣੇ ਸੇਵਕ ਸਰਦਾਰ ਗੋਪਾਲ ਸਿੰਘ ਦੇ ਸਪੁੱਤਰ ਸਰਦਾਰ ਬਹਾਦਰ ਸਰਦਾਰ ਦਾਤਾਰ ਸਿੰਘ ਦਾ ਇੱਕ ਡੇਹਰੀ ਫਾਰਮ ਸੀ, ਜਿੱਥੇ ਕਿ ਉਹਨਾਂ ਨੇ ਸਰਕਾਰ ਕੋਲੋਂ ਰੱਖ ਦੀ ਬਹੁਤ ਸਾਰੀ ਜ਼ਮੀਨ ਠੇਕੇ 'ਤੇ ਲੈ ਕੇ ਗਊਆਂ ਪਾਲ ਰੱਖੀਆਂ ਸਨ। ਇੱਕ ਲਫ਼ਜ਼ੀ ਥਾਂ ਸੀ, ਉੱਥੇ ਹੀ ਜਾਣ ਦਾ ਹੁਕਮ ਦੱਸਿਆ, ਪਰ ਇਸ ਪ੍ਰੋਗਰਾਮ ਦੀ ਕਿਸੇ ਨੂੰ ਵੀ ਪਹਿਲਾਂ ਖਬਰ ਨਹੀਂ ਸੀ ਦਿੱਤੀ ਗਈ। ਗੱਡੀਓਂ ਉਤਰ ਸਰਦਾਰ ਜਸਵੰਤ ਸਿੰਘ ਨੇ ਬਾਬਾ ਜੀ ਨੂੰ ਤਾਂ ਫਸਟ ਕਲਾਸ ਦੇ ਵੇਟਿੰਗ ਰੂਮ ਵਿੱਚ ਬਿਠਾਇਆ ਤੇ ਆਪ 2 ਟਾਂਗਿਆਂ ਦਾ ਪ੍ਰਬੰਧ ਕਰਨ ਬਾਹਰ ਗਿਆ। ਟਾਂਗੇ ਕਰਕੇ ਜਦ ਪਿਛਾਂਹ ਮੁੜਿਆ ਤਾਂ ਕੀ ਵੇਖਿਆ ਕਿ ਕਿਸੇ ਅੰਗਰੇਜ਼ ਨੇ ਉਹਨਾਂ ਵਿੱਚੋਂ ਇੱਕ ਟਾਂਗਾ ਲੈ ਲਿਆ, ਪਰ ਸਰਦਾਰ ਦੇ ਅਗਾਹ ਹੋਣ 'ਤੇ ਸਾਹਿਬ ਸਮਝ ਗਿਆ ਕਿ ਟਾਂਗੇ ਵਾਲੇ ਨੂੰ ਕਿਹਾ ਕਿ ਸਰਦਾਰ ਸਾਹਿਬ ਕੋਲ ਜਾਓ। ਇਹ ਮਾਜਰਾ ਬੈਠੇ ਹੋਏ ਬਾਬਾ ਜੀ ਅੰਦਰੋਂ ਹੀ ਵੇਖ ਰਹੇ ਸਨ। ਪੁੱਛਣ ਲੱਗੇ ਕਿ ਕੀ ਗੱਲ ਸੀ। ਸੁਣ ਕੇ ਬੜੇ ਖੁਸ਼ ਹੋਏ ਕਿ ਅੰਗਰੇਜ਼ ਤੋਂ ਡਰ ਕੇ ਆਪਣਾ ਟਾਂਗਾ ਉਸ ਨੂੰ ਲੈਣ ਨਹੀਂ ਦਿੱਤਾ। ਰਵਾ ਰਵੀ ਟਾਂਗੇ ਫਾਰਮ 'ਤੇ ਜਾ ਪੁੱਜੇ। ਫਾਰਮ ਦੀ ਇੱਕ ਖੁੱਲ੍ਹੀ ਥਾਂ 'ਤੇ ਬਾਬਾ ਜੀ ਨੇ ਆਸਣ ਲਵਾ ਦਿੱਤਾ। ਫਾਰਮ ਉੱਤੇ ਕੇਵਲ ਮੈਨੇਜਰ ਜਾਂ ਹੋਰ ਨੌਕਰ ਚਾਕਰ ਹੀ ਸਨ। ਸਰਦਾਰ ਦਾਤਾਰ ਸਿੰਘ ਆਪ ਕਿਤੇ ਹੋਰ ਸ਼ਹਿਰ ਗਏ ਹੋਏ ਸਨ। ਮਹਾਤਮਾ ਸਮਝ ਕੇ ਮੈਨੇਜਰ ਨੇ ਉਸ ਵਕਤ ਤਾਂ ਕੋਈ ਉਜਰ ਨਾ ਕੀਤਾ, ਪਰ ਜਦ ਕੀਰਤਨ ਸ਼ੁਰੂ ਹੋਇਆ ਤੇ ਅੱਗੇ ਜੋੜੀ ਵਾਜੇ ਦੀ ਅਨੋਖੀ ਗੁਜ਼ਾਰ ਸੁਣ ਕੇ ਗਾਈਆਂ ਰਸਤੇ ਦੌੜਾਉਣ ਲੱਗੀਆਂ ਤੇ ਦਰਸ਼ਕਾਂ ਦੀ ਆਵਾਜਾਈ ਹੋਣ ਤੇ ਫਾਰਮ ਦਾ ਘਾਹ ਪੱਠਾ ਵੀ ਖਰਾਬ ਹੁੰਦਾ ਵੇਖਿਆ, ਤਾਂ ਮੈਨੇਜਰ ਨੇ ਆਪਣੀ ਜ਼ਿੰਮੇਵਾਰੀ ਦਾ ਖਿਆਲ ਕਰਦਿਆਂ ਹੋਇਆਂ ਆਪਣੇ ਮਾਲਕ ਪਾਸ ਸ਼ਿਕਾਇਤ ਦੇ ਤੌਰ 'ਤੇ ਖਬਰ ਭੇਜੀ, ਜੋ ਸਰਦਾਰ ਸਿੰਘ ਜੀ ਦੀ ਲਿਖਤ ਅਨੁਸਾਰ ਇਹ ਸੀ: ਸਾਡੇ ਫਾਰਮ ਦੀ ਚਰਾਗਾਹ ਵਿੱਚ ਇੱਕ ਵੱਡੇ ਸੰਤ ਜੀ ਨੇ ਡੇਰਾ ਲਾ ਦਿੱਤਾ ਹੈ।
ਤੇ ਉਹਨਾਂ ਦੇ ਦਰਸ਼ਨ ਕਰਨ ਲਈ ਭਾਰੀ ਗਿਣਤੀ ਵਿੱਚ ਲੋਕ ਦੂਰ ਦੂਰ ਥਾਵਾਂ ਤੋਂ ਆਉਂਦੇ ਨੇ, ਜਿਸ ਕਰਕੇ ਸਾਡੀ ਚਰਾਤ ਦੀ ਜ਼ਮੀਨ ਤੇ ਆਲੇ ਦੁਆਲੇ ਦੇ ਖੇਤਾਂ ਦਾ ਬੜਾ ਨੁਕਸਾਨ ਹੋ ਰਿਹਾ ਹੈ। ਬਾਹਰ ਹੋਣ ਕਾਰਨ ਚਿੱਠੀ ਦੁਆਰਾ ਮੈਂ ਮੈਨੇਜਰ ਨੂੰ ਹਦਾਇਤ ਕੀਤੀ ਕਿ ਉਹ ਸੰਤ ਜੀ ਕੋਲ ਜਾ ਕੇ ਬੇਨਤੀ ਕਰਨ ਕਿ ਇਹ ਸਰਕਾਰ ਵੱਲੋਂ ਮਨਜ਼ੂਰ ਹੋਇਆ ਫਾਰਮ ਹੈ। ਅਸੀਂ ਚਾਰੇ ਦੇ ਫਸਲਾਂ ਦੀ ਤਬਾਹੀ ਨਹੀਂ ਹੁੰਦੀ ਦੇਖ ਸਕਦੇ, ਇਸ ਲਈ ਉਹ ਕਿਰਪਾ ਕਰਕੇ ਇਸ ਥਾਂ ਤੋਂ ਡੇਰਾ ਉਠਾ ਲੈਣ। ਫਾਰਮ ਵਾਲਿਆਂ ਦੀ ਇਹ ਰੁਚੀ ਵੇਖ ਕੇ ਬਾਬਾ ਜੀ ਨੇ ਉੱਥੋਂ ਆਸਣ ਚੁੱਕ ਲਿਆ ਤੇ ਮਿਟਗੁਮਰੀ ਦੇ ਸਟੇਸ਼ਨ ਤੇ ਆ ਗਏ। ਹੜੱਪੇ ਵਾਲੇ ਪਾਸੇ ਤਪੱਸਿਆ ਕਰਾਉਣ ਕਰਕੇ ਸੁਗੰਧੀ ਬਾਬਾ ਜੀ ਦੀ ਇਸ ਪਾਸੇ ਖਿਲਰੀ ਹੋਈ ਹੀ ਸੀ। ਸੋ ਜਦ ਸੰਗਤਾਂ ਨੂੰ ਪਤਾ ਲੱਗਾ ਤਾਂ ਬਹੁਤ ਭਾਰੀ ਗਿਣਤੀ ਵਿੱਚ ਪਲੇਟਫਾਰਮ ਤੇ ਪੁੱਜ ਗਈਆਂ ਤੇ ਪ੍ਰਸ਼ਾਦ ਦਾ ਇੱਕ ਵੱਡਾ ਢੇਰ ਲੱਗ ਗਿਆ। ਸੰਗਤਾਂ ਨੇ ਬੇਨਤੀਆਂ ਕੀਤੀਆਂ, ਮਿਹਰ ਕਰੋ, ਬਖਸ਼ ਲਵੋ। ਸਭ ਪਾਸਿਓਂ ਆਵਾਜ਼ਾਂ ਆਉਣ, ਹੋਰ ਤਰਲੇ ਕੀਤੇ, ਜਿਨ੍ਹਾਂ ਦਾ ਕੋਈ ਅੰਤ ਨਾ ਰਿਹਾ। ਉਂਝ ਤਾਂ ਬਾਬਾ ਜੀ ਕਹਿਣ ਕਿ ਸਭ ਮਿਹਰ ਹੈ, ਪਰ ਉਹਨਾਂ ਦਾ ਅੰਦਰਲਾ ਪ੍ਰਸੰਨ ਨਹੀਂ ਸੀ ਜਾਪਦਾ। ਬਾਬਾ ਜੀ ਨੇ ਇਹ ਫਰਮਾਇਆ ਕਿ ਜਦੋਂ ਨਿਰੰਕਾਰ ਦਾ ਹੁਕਮ ਹੋਵੇਗਾ ਤਾਂ ਆਵਾਂਗੇ। ਸੰਗਤਾਂ ਨੂੰ ਕਿਵੇਂ ਵਿਦਿਆ ਕੀਤਾ, ਇਸ ਦਾ ਹਾਲ ਹੋਰ ਥਾਂ ਆ ਚੁੱਕਿਆ ਹੈ। ਇੱਥੋਂ ਦਿਓ ਸਿਆਲ ਪੁੱਜਣ ਦਾ ਹੁਕਮ ਮਿਲਿਆ, ਜਿੱਥੇ ਲਗਭਗ 2.5 ਮਹੀਨੇ ਠਹਿਰੇ। ਇਸ ਸਮੇਂ ਕਈ ਕੌਤਕ ਵਰਤੇ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਕੌੜੀ ਦਾ ਦੁੱਖ ਦੂਰ ਕਰਨ ਸੰਬੰਧੀ ਸਰਦਾਰ ਦਿਆਲ ਸਿੰਘ ਜ਼ਿਕਰ ਕਰਦੇ ਹਨ। ਇੱਥੇ ਹੀ ਮਿਟਗੁਮਰੀ ਦੀ ਸੰਗਤ ਦੇ ਮੁਖੀ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਮਿਟਗੁਮਰੀ ਦਰਸ਼ਨ ਲਈ ਬੇਨਤੀ ਕੀਤੀ ਤੇ ਉਹਨਾਂ ਨਾਲ ਕਿਵੇਂ ਗੁਜ਼ਰੀ, ਇਸ ਦਾ ਹਾਲ ਵੀ ਆ ਚੁੱਕਿਆ ਹੈ। ਇੱਥੇ ਹੀ ਸੰਗਤ ਨਾਲ ਡਰਾਈਵਰ ਮੁਰਲੀਧਰ ਵੀ ਮਿਟਗੁਮਰੀ ਤੋਂ ਦਰਸ਼ਨਾਂ ਲਈ ਆਉਂਦੇ ਰਹੇ ਤੇ ਉਹਨਾਂ ਨਾਲ ਜੋ ਪਰਮਾਰਥ ਦੇ ਵਿਸ਼ੇਸ਼ ਵਰਚਨ ਹੋਏ ਉਚਿਤ ਥਾਂ ਤੇ ਆਉਣਗੇ। ਦੇਉ ਸਿਆਲੂ ਉੱਠ ਕੇ ਬਾਬਾ ਜੀ ਉਕਾੜੇ ਦੇ ਰਾਹ ਹੁੰਦਿਆਂ ਆਖਰ ਮਿਟਗੁਮਰੀ ਪੁੱਜੇ ਤੇ ਇੱਥੋਂ ਦੀ ਸੰਗਤ ਨੂੰ ਨਿਵਾਜਿਆ। ਇੱਥੇ ਆਣ ਕੇ ਕਿਵੇਂ ਇੱਕ ਮੁਸਲਮਾਨ ਜੈਲਦਾਰ ਦੇ ਬਾਗ ਨੂੰ ਭਾਗ ਲਾਇਆ, ਇਸ ਦਾ ਕੁਝ ਹਾਲ ਆ ਚੁੱਕਿਆ ਹੈ। ਮਾਲੂਮ ਹੁੰਦਾ ਹੈ ਕਿ ਜੈਲਦਾਰ ਦੇਵਨੈਤ ਨਾਲ ਹੀ ਸਟੇਸ਼ਨ ਤੇ ਵੀ ਆਇਆ ਹੋਇਆ ਸੀ। ਨਾਮ ਸੀ ਉਸਦਾ ਚੌਧਰੀ ਸੁਲਤਾਨ ਅਹਿਮਦ। ਸੋਢੀ ਹੋਰੀ ਬੈਂਕ ਦੇ ਮੈਨੇਜਰ ਹੋਣ ਕਰਕੇ ਇਹ ਉਹਨਾਂ ਦਾ ਚੰਗਾ ਜਾਣੂ ਸੀ। ਸੋ ਸੋਢੀ ਜੀ ਨੂੰ ਪੁੱਛਣ ਲੱਗਾ, ਕਿਵੇਂ ਆਏ ਹੋ ਸਟੇਸ਼ਨ ਤੇ? ਅੱਗੋਂ ਬਾਬਾ ਜੀ ਸੰਬੰਧੀ ਉੱਤਰ ਮਿਲਣ ਤੇ ਸੁਭਾਵਕ ਹੀ ਪੁੱਛਿਆ, ਤਾਂ ਫਿਰ ਕਿੱਥੇ ਠਹਿਰਨਗੇ? ਤੇ ਨਾਲ ਹੀ ਕਹਿ ਦਿੱਤਾ ਕਿ ਜੇ ਕਿਤੇ ਬਾਹਰ ਠਹਿਰਨਾ ਹੋਵੇ ਤਾਂ ਮੇਰੀ ਥਾਂ ਹਾਜ਼ਰ ਹੈ। ਸਟੇਸ਼ਨ ਤੋਂ ਤਾਂ ਸੰਗਤਾਂ ਬੇਨਤੀ ਕਰਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਲੈ ਟੁਰੀਆਂ। ਜਿਸ ਨੇ ਵੀ ਸੁਣਿਆ ਨਾਲ ਆ ਰਲਿਆ। ਇਸ ਤਰ੍ਹਾਂ ਸੰਗਤਾਂ ਦੇ ਥਕ ਉਤਸ਼ਾਹ ਤੇ ਪ੍ਰੇਮ ਕਾਰਨ ਇੱਕ ਤਰ੍ਹਾਂ ਦਾ ਜਲੂਸ ਹੀ ਬਣ ਗਿਆ ਸੀ। ਗੁਰਦੁਆਰੇ ਪੁੱਜ ਕੇ ਦੀਵਾਨ ਸਜਿਆ, ਕੀਰਤਨ ਹੋਇਆ, ਬਾਬਾ ਜੀ ਨੇ ਬਾਣੀ ਕੀਤੀ। ਸਮਾਪਤੀ ਪਰ ਵਿਚਾਰ ਇਉਂ ਪ੍ਰਗਟ ਕੀਤਾ ਕਿ ਇੱਥੇ ਰੌਲਾ ਗੋਲਾ ਬਹੁਤ ਰਹਿਣਾ ਹੈ, ਬਾਹਰ ਕਿਤੇ ਇਕਾਂਤ ਥਾਂ ਹੋਵੇ ਤਾਂ ਚੰਗਾ ਹੈ। ਇਸ ਪ੍ਰਕਰਨ ਵਿੱਚ ਜੈਲਦਾਰ ਦੇ ਬਾਗ ਦਾ ਜ਼ਿਕਰ ਚੱਲ ਪਿਆ। ਵਿੱਚੋਂ ਕਿਸੇ ਨੇ ਬੇਨਤੀ ਕੀਤੀ ਕਿ ਥਾਂ ਸੁਹਾਵਣੀ ਹੈ, ਨਹਿਰ ਵੀ ਨੇੜੇ ਹੈ, ਪਰ ਮੁਸਲਮਾਨ ਦੀ ਹੈ। ਇਸ ਗੱਲ ਦੀ ਭਿਣਕ ਪੈਂਦਿਆਂ ਚੌਧਰੀ ਹੋਰੀ ਵੀ ਆ ਹਾਜ਼ਰ ਹੋਏ। ਫਿਰ ਇਉਂ ਗੱਲ ਹੋਈ, ਬਾਬਾ ਜੀ, ਭਾਈ ਕਹਿੰਦਾ ਸਾਏ ਬਾਗ ਵਿੱਚ ਚੱਲੋ। ਚੌਧਰੀ ਵਿੱਚੋਂ ਹੀ, ਜੀ ਸਦਕੇ ਤੁਹਾਡੇ ਆਪਣਾ ਹੀ ਤਾਂ ਬਾਗ ਹੈ। ਬਾਬਾ ਜੀ, ਤੇਰਾ ਬਾਗ ਉੱਜੜ ਜਾਏਗਾ। ਚੌਧਰੀ, ਸਭ ਕੁਝ ਤੁਹਾਡਾ ਹੀ ਹੈ ਸਾਈ। ਜਦੋਂ 30 ਮੁਰੱਬੇ ਨਹੀਂ ਸਨ ਉਦੋਂ ਵੀ 2 ਗੁੱਲੀਆਂ ਖਾਂਦਾ ਸਾਂ, ਹੁਣ ਹਨ ਤਾਂ ਵੀ 2 ਰੋਟੀਆਂ ਖਾਂਦਾ ਹਾਂ। ਸਾਈ, ਤੁਸੀਂ ਇੱਕ ਪਾਸਿਓਂ ਲੈ ਕੇ ਦਾਤੀ ਨਾਲ ਸਾਰਾ ਬਾਗ ਕੱਟ ਦਿਓ ਤਾਂ ਵੀ ਕੋਈ ਪਰਵਾਹ ਨਹੀਂ। ਬਾਬਾ ਜੀ ਕੋਲ ਖਲੋਤੇ ਸੰਗੀਆਂ ਨੂੰ, ਵੇਖ ਲਓ ਭਾਈ, ਤੁਸੀਂ ਇਸ ਨੂੰ ਕੀ ਸਮਝਦੇ ਸੋ? ਚੌਧਰੀ ਦੀ ਇਹ ਹਲੀਮੀ ਤੇ ਇਹ ਸਿਦਕ ਵੇਖ ਬਾਬਾ ਜੀ ਬਾਗ ਵਿੱਚ ਜਾਣਾ ਮੰਨ ਗਏ। ਹੁਕਮ ਹੋਰ ਦੀ ਦੇਰ ਸੀ ਕਿ ਚਟਾਪਟ ਜੋ ਸਵਾਰੀ ਮਿਲੀ ਉਸ ਵਿੱਚ ਬੈਠ ਸਭ ਜੈਲਦਾਰ ਹੋਰਾਂ ਦੇ ਬਾਗ ਵਿੱਚ ਜਾ ਪੁੱਜੇ। ਜਾਂਦਿਆਂ ਹੀ ਜੈਲਦਾਰ ਨੇ ਮਾਲੀ ਨੂੰ ਪੁੱਛਿਆ, ਤੇਰਾ ਕੀ ਠੇਕਾ ਹੈ? ਉਸ ਦੇ 60 ਰੁਪਏ ਦੱਸਣ ਤੇ ਮਾਲਕ 60 ਰੁਪਏ ਕੱਢ ਕੇ ਮਾਲੀ ਨੂੰ ਕਿਹਾ, ਆ ਪਕੜ ਆਪਣੇ ਰੁਪਏ, ਹੁਣ ਤੇਰਾ ਬਾਗ ਨਾਲ ਕੋਈ ਵਾਸਤਾ ਨਹੀਂ।
ਮਾਲੀ ਤਾਂ ਮੰਨ ਗਿਆ, ਪਰ ਬਾਬਾ ਜੀ ਨੇ ਮਾਲੀ ਨੂੰ ਰੋਕ ਸੇਵਾਦਾਰ ਨੂੰ ਹੁਕਮ ਦਿੱਤਾ ਕਿ ਬਾਗ ਦੀ ਰਖਵਾਲੀ ਤੁਸਾਂ ਕਰਨੀ ਹੈ। ਸੰਗਤਾਂ ਨੂੰ ਹਦਾਇਤ ਹੋਈ ਕਿ ਕੋਈ ਬੂਟਿਆਂ ਨੂੰ ਹੱਥ ਨਾ ਲਾਵੇ। ਬਾਗ ਵਿੱਚ ਬਾਬਾ ਜੀ 3 ਦਿਨ ਠਹਿਰ ਕੇ ਆਸਣ ਚੁੱਕ ਲਿਆ, ਕਿਉਂਕਿ ਉਕਾੜੇ ਦੇ ਰਾਹ ਵਿੱਚ ਦੇਊ ਸਿਆਲ ਹੀ ਜਾਣ ਦਾ ਹੁਕਮ ਹੋਇਆ। ਮਿਟਗੁਮਰੀ ਤੋਂ ਚਾਲੇ ਪਾਉਣ ਤੋਂ ਪਹਿਲਾਂ 3 ਕੁ ਘੰਟੇ ਦਾ ਸਮਾਂ ਬਾਬਾ ਜੀ ਨੇ ਸ਼ਹਿਰ ਦੀ ਸੰਗਤ ਨੂੰ ਵਿਸ਼ੇਸ਼ ਤੌਰ ਤੇ ਦਿੱਤਾ। ਸੰਗਤਾਂ ਦੀ ਗਿਣਤੀ ਬਹੁਤ ਹੋਣ ਕਰਕੇ ਦੀਵਾਨ ਸ਼ਹਿਰ ਦੀ ਇੱਕ ਪ੍ਰਸਿੱਧ ਤੇ ਖੁੱਲ੍ਹੀ ਜਗ੍ਹਾ ਤੇ ਸਜਿਆ। ਇਹ ਸੀ ਕੰਪਨੀ ਬਾਗ, ਜੋ ਸ਼ਹਿਰ ਦੇ ਉੱਤਰ ਵੱਲ ਨਾਲ ਲੱਗਦਾ ਸੀ। ਇਹ ਵੀ ਬੜੀ ਰਮਣੀਕ ਥਾਂ ਸੀ, ਜਿਸ ਵਿੱਚ ਇੱਕ ਪਾਸੇ ਖਜੂਰਾਂ ਦੇ ਝੁੰਡ ਆਪਣਾ ਸੁੰਦਰ ਦ੍ਰਿਸ਼ ਦਿਖਾਉਣ ਤੇ ਦਰਸ਼ਕਾਂ ਨੂੰ ਮਨ ਨੂੰ ਲੁਭਾਉਂਦੇ ਸਨ। ਦੇਊ ਸਿਆਲ ਤੋਂ ਫਿਰ ਨਾਨਕਸਰ ਠਾਠ ਤੇ ਆਉਣਾ ਮਾਲੂਮ ਹੁੰਦਾ ਹੈ, ਕਿਉਂਕਿ ਅਗਲੇ ਵਰ੍ਹੇ ਦੇ ਸ਼ੁਰੂ ਵਿੱਚ ਬਾਬਾ ਜੀ ਕੁਝ ਸਮਾਂ ਰੋਡੇ ਪਿੰਡ ਤਹਿਸੀਲ ਮੋਗਾ ਤੋਂ 2 ਮੀਲ ਬਾਹਰ ਦੇ ਸਥਾਨ ਤੇ ਬਤੀਤ ਕੀਤਾ। ਇਹ ਉਹ ਅਵਸਰ ਸੀ ਜਦ ਕਿ ਨਗਰ ਵਿੱਚ 101 ਅਖੰਡ ਪਾਠਾਂ ਦਾ ਭੋਗ ਪਿਆ। ਅਗਾਂਹ ਗਰਮੀਆਂ ਵਿੱਚ ਮੰਡੀ ਪਤੋਕੀ ਵੱਲ ਜਾਣ ਦਾ ਪਤਾ ਲੱਗਿਆ, ਕਿਉਂਕਿ ਇੱਕ ਸੰਗੀ ਦੇ ਕਥਨ ਅਨੁਸਾਰ ਪਤੋਕੀ ਦੇ ਬਾਹਰ ਪੁਰਾਣੇ ਪੱਠੇ ਦੇ ਕੋਲ ਜਾ ਡੇਰਾ ਲਾਇਆ। ਇਸ ਥਾਂ ਦੇ ਨੇੜੇ ਹੀ ਸਰਕਾਰੀ ਰੁੱਖ ਦੀਆਂ ਟਾਹਲੀਆਂ ਕਿੱਕਰਾਂ ਦੀ ਬੜੀ ਗੂੜੀ ਛਾਂ ਸੀ। ਜਗ੍ਹਾ ਮਨ ਭਾਉਂਦੀ ਮਿਲਣ ਕਰਕੇ ਇੱਥੇ 15-16 ਦਿਨ ਟਿਕਾਣਾ ਕੀਤਾ। ਭਾਣਾ ਐਸਾ ਹੋਇਆ ਕਿ ਬਰਖਾ ਨਾ ਪੈਣ ਕਰਕੇ ਇਲਾਕੇ ਵਿੱਚ ਬੜੀ ਔੜ ਲੱਗੀ ਹੋਈ ਸੀ। ਇੱਕ ਦਿਨ ਭਾਈ ਅਰਮਨ ਸਿੰਘ, ਸੁਰਜਨ ਸਿੰਘ ਹੋਰਾਂ ਦਾ ਰਾਗੀ ਜਥਾ ਕੀਰਤਨ ਕਰ ਰਿਹਾ ਸੀ। ਨੇੜੇ ਤੇੜੇ ਪਿੰਡਾਂ ਰੋਸਾ ਟਿੱਬਾ, ਵਾਖਰਾ ਖਾਰਾ, ਬਹਿੜਵਾਲ, ਧੂਨੀ ਕੇ, ਠੱਠੀਆਂ ਵਾਲੇ, ਮੱਲਾਂ ਵਾਲੇ, ਹਰਚੋਕੀ, ਮੁੰਡੇ ਕੀ, ਜਬਰਾਂ ਵਾਲੇ ਦੀ ਸੰਗਤ ਜੁੜੀ ਹੋਈ ਸੀ। ਰਾਗੀ ਸਿੰਘਾਂ ਨੇ ਸਾਵਣ ਆਇਆ ਹੈ ਸਖੀ ਵਾਲਾ ਸ਼ਬਦ ਗਾਇਨ ਕੀਤਾ। 15-20 ਮਿੰਟਾਂ ਪਿੱਛੋਂ ਹੀ ਬੱਦਲ ਬਣਨ ਲੱਗ ਪਏ ਤੇ ਫਿਰ ਚੰਗੀ ਬਾਰਿਸ਼ ਹੋਈ। ਇੱਥੇ ਇੱਕ ਪੂਰਨਮਾਸ਼ੀ ਮਨਾਉਣ ਪਿੱਛੋਂ ਮਿਟਗੁਮਰੀ ਵੱਲ ਚਾਲੇ ਪਾ ਦਿੱਤੇ। ਐਤਕੀ ਮਿਟਗੁਮਰੀ ਦੇ ਨੇੜੇ ਚੱਕਾਂ ਨੂੰ ਭਾਗ ਲਾਏ, ਜੋ ਮਿਟਗੁਮਰੀ ਸ਼ਹਿਰ ਤੋਂ ਉੱਤਰ ਪੂਰਬ ਵੱਲ 4 ਕੁ ਮੀਲ ਤੇ ਸਨ। ਟਿਕਣ ਲਈ ਜੋ ਥਾਂ ਪਸੰਦ ਕੀਤੀ ਉਹ ਨਹਿਰ ਦੀ ਉਸ ਝਾਲ ਦੇ ਨੇੜੇ ਸੀ, ਜੋ ਟਾਵੇਂ ਵਾਲੀ ਕਰਕੇ ਪ੍ਰਸਿੱਧ ਸੀ। ਕਿਸੇ ਸ਼ਰਧਾਲੂ ਨੂੰ ਖਬਰ ਹੀ ਨਾ ਦਿੱਤੀ ਤੇ ਪਤਾ ਨਹੀਂ ਸ਼ਹਿਰੀਆਂ ਨੂੰ ਸਿੱਖਿਆ ਦੇਣ ਜਾਂ ਸੇਵਕਾਂ ਨੂੰ ਸੋਧਣ ਲਈ ਲੰਗਰ ਪਾਣੀ ਦਾ ਪ੍ਰਬੰਧ ਇੱਕ ਅਨੋਖੇ ਢੰਗ ਨਾਲ ਕੀਤਾ। ਇਹ ਵੀ ਇੱਕ ਚੋਜ ਸੀ ਜੋ ਕਦੇ-ਕਦਾਈ ਬਾਬਾ ਜੀ ਕਰ ਲਿਆ ਕਰਦੇ। ਬਾਬਾ ਜੀ ਦੇ ਨਾਲ ਜੋ 4-5 ਸੇਵਾਦਾਰ ਸਨ, ਉਹਨਾਂ ਨੂੰ ਹੁਕਮ ਮਿਲਿਆ ਕਿ ਜੰਗਲ 'ਚੋਂ ਲੱਕੜਾਂ ਚੁੱਗ ਕੇ ਲੈ ਆਉਣ ਤੇ ਸ਼ਹਿਰ ਵਿੱਚ ਵੇਟ ਵੱਟ ਕੇ ਰਾਸ਼ਨ ਲੈ ਆਉਣ। ਇਵੇਂ ਝੱਟ ਲੰਘਾਉਣ ਲੱਗ ਪਏ। ਜਦ ਸ਼ਹਿਰ ਦੇ ਪਤਵੰਤੇ ਸਿੱਖਾਂ ਸੋਢੀ ਚਰਨ ਸਿੰਘ ਆਦਿ ਨੂੰ ਪਤਾ ਲੱਗਾ ਕਿ ਬਾਬਾ ਜੀ ਪੁੱਜ ਗਏ ਹਨ, ਤਾਂ ਲੰਗਰ ਦੀ ਇਵੇਂ ਪ੍ਰਬੰਧ ਵੇਖ ਕੇ ਸੇਵਾ ਦੀ ਪ੍ਰਵਾਨਗੀ ਲਈ ਬੇਨਤੀ ਕੀਤੀ। ਸ਼ਾਇਦ ਉਹਨਾਂ ਦੇ ਮਨਾਂ ਵਿੱਚੋਂ ਕੋਈ ਹੰਕਾਰ ਕੱਢਣਾ ਹੋਵੇਗਾ ਜਾਂ ਉਹਨਾਂ ਦੀ ਕਮਾਈ ਸ਼ੁੱਧ ਨਾ ਹੋਵੇਗੀ। ਬਾਬਾ ਜੀ ਨੇ ਉਹਨਾਂ ਨੂੰ ਤਾੜਨਾ ਕਰਦਿਆਂ ਧਰਮ ਦੀ ਕਮਾਈ ਕਰਨ ਤੇ ਜ਼ੋਰ ਦਿੱਤਾ, ਇਹ ਸਮਝ ਕੇ ਕਿ ਹੱਥ ਨਾਲ ਮਜ਼ਦੂਰੀ ਕਰਕੇ ਪੈਸੇ ਕਮਾਉਣ ਵਿੱਚ ਤਾਂ ਕੋਈ ਖੋਟ ਨਹੀਂ ਹੋ ਸਕਦਾ। ਉਹਨਾਂ ਵਿੱਚੋਂ ਇੱਕ ਨੇ ਤਾਂ ਭੱਠੇ ਦੀਆਂ ਇੱਟਾਂ ਤੇ ਚੱਠੇ ਲਾ ਕੇ ਤੇ ਦੂਜੇ ਨੇ ਘਾਹ ਖੋਤਰ ਕੇ ਪੈਸੇ ਇਕੱਠੇ ਕੀਤੇ। ਇਸ ਤਰ੍ਹਾਂ ਰਾਸ਼ਨ ਖਰੀਦ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਆਪਣੀ ਸ਼ਰਧਾ ਤੇ ਸਿਦਕ ਦਾ ਸਬੂਤ ਦਿੱਤਾ। ਫਿਰ ਬਾਬਾ ਜੀ ਨੇ ਕੁਝ ਖੁੱਲ੍ਹ ਦੇ ਦਿੱਤੀ। ਸਰਦਾਰ ਰਾਮ ਸਿੰਘ ਜੀ ਦੇ ਕਥਨ ਅਨੁਸਾਰ ਇੱਥੇ ਲੱਕੜੀ ਦੇ ਸਲੀਪਰਾਂ ਦੀ ਕੁਟੀਆ ਜਿਹੀ ਬਣਾਈ ਗਈ। ਗੁਰੂ ਗ੍ਰੰਥ ਸਾਹਿਬ ਜੀ ਲਈ ਇੱਕ ਭੋਰਾ ਅੱਡਰਾ ਸੀ। ਸਵੇਰੇ ਤੇ ਸ਼ਾਮ ਨੂੰ ਹੀ ਬਾਹਰ ਨਿਕਲਦੇ ਤੇ ਗਰਮੀ ਦੀ ਰੁੱਤ ਕਾਰਨ ਇੱਕ ਚੌਤਰੇ ਤੇ ਬੈਠ ਜਾਣਾ। 2.5-3 ਮਹੀਨਿਆਂ ਵਿੱਚ ਜੋ ਇੱਥੇ ਗੁਜ਼ਾਰੇ, ਕਈ ਘਟਨਾਵਾਂ ਬੀਤੀਆਂ ਹੋਣਗੀਆਂ, ਜਿਨ੍ਹਾਂ ਵਿੱਚੋਂ ਕੁਝ ਦਾ ਹਾਲ ਕਈ ਹੱਡ ਬੀਤੀਆਂ ਵਿੱਚ ਆ ਚੁੱਕਿਆ ਹੈ। ਇੱਥੇ ਲਿਖਣ ਦੀ ਲੋੜ ਨਹੀਂ ਪਾਸਦੀ। ਇਸ ਕੋਠੇ ਦੇ ਬਣਨ ਦੀ ਸਾਖੀ ਵਿੱਚ ਵੀ ਕੁਝ ਵਿਲੱਖਣਤਾ ਹੈ। ਬਾਬਾ ਜੀ ਨੇ ਆਪਣੇ ਸ਼ਰਧਾਲੂਆਂ ਭਾਈ ਸਾਹਿਬ ਰਾਮ ਸਿੰਘ ਤੇ ਜਵਾਲਾ ਸਿੰਘ ਆਦਿ ਨਾਲ ਜ਼ਿਕਰ ਕਰਦਿਆਂ ਫਰਮਾਇਆ ਕਿ ਤਾਂ ਗੱਲ ਹੈ ਜੇ ਸ਼ਾਮ ਤੱਕ ਕੋਠਾ ਮੁਕੰਮਲ ਹੋ ਜਾਵੇ ਤਾਂ ਜੋ ਸ਼ਾਮ ਦਾ ਦੀਵਾਨ ਇਸ ਵਿੱਚ ਹੋਵੇ। ਸਲੀਪਰ ਆਦਿ ਲਿਆਉਣ ਦੀ ਸੇਵਾ ਫਟਾਫਟ ਹੋ ਗਈ ਤੇ ਕੋਠਾ ਤਿਆਰ ਹੋ ਗਿਆ।
ਕੁਦਰਤ ਕਰਤਾਰ ਦੀ ਕਿ ਦੀਵਾਨ ਸੱਜਣ ਤੋਂ ਕੁਝ ਸਮਾਂ ਬਾਅਦ ਇੱਕ ਭਾਰੀ ਤੂਫਾਨ ਤੇ ਹਨੇਰੀ ਚੱਲੀ ਤੇ ਉਸ ਨਾਲ ਸਾਰੇ ਪਾਸੇ ਬਹੁਤ ਹੀ ਨੁਕਸਾਨ ਹੋਇਆ। ਪਰ ਦੀਵਾਨ ਅਸਥਾਨ ਵਾਲਾ ਕਮਰਾ ਜੋ ਹਾਲੀ ਨਵਾਂ ਹੀ ਬਣਿਆ ਸੀ, ਬਿਲਕੁਲ ਸਹੀ ਸਲਾਮਤ ਬਚਿਆ ਰਿਹਾ। ਡਾਕਟਰ ਮੁਰਲੀਧਰ ਜੀ ਦੇ ਕਥਨ ਅਨੁਸਾਰ ਸ਼ਾਮ ਨੂੰ ਸਤਸੰਗ ਵਿੱਚ ਸ਼ਾਮਿਲ ਹੋਣ ਲਈ ਸ਼ਹਿਰ ਤੋਂ ਅਸੀਂ ਜਾਂਦੇ ਸਾਂ। ਇੱਕ ਦਿਨ ਸੁਣਿਆ ਕਿ ਸਮਾਂ ਖਰਾਬ ਹੈ, ਰਾਹ ਵਿੱਚ ਚੋਰ ਲੁਟੇਰੇ ਵੀ ਫਿਰਦੇ ਹਨ। ਸਤਸੰਗ ਵਿੱਚ ਜਾਣ ਤੇ ਵੀ ਜ਼ਰੂਰ ਦਿਲ ਕਰਦਾ ਸੀ। ਉਸੇ ਦਿਨ ਮੈਂ ਦੇਰ ਨਾਲ ਆਪਣੇ ਸਾਈਕਲ ਤੇ ਸਵਾਰ ਹੋ ਪਾਠ ਕਰਦਾ ਨਹਿਰ ਦੀ ਪਟੜੀ ਤੇ ਰਿਹਾ ਸਾਂ ਕਿ ਮੇਰੀ ਨਜ਼ਰ ਲਾਂਬੇ ਦੇ ਇੱਕ ਕਾਲੀ ਲਿਸ਼ਕਦੀ ਚੀਜ਼ ਤੇ ਪਈ। ਵੇਖਿਆ ਕਿ ਇੱਕ ਵੱਡਾ ਭਾਰਾ ਸੱਪ ਮੇਰੇ ਸਾਈਕਲ ਦੇ ਨਾਲ ਨਾਲ ਜਾ ਰਿਹਾ ਹੈ। ਜਦ ਬਾਬਾ ਜੀ ਦਾ ਠਾਠ ਨੇੜੇ ਆਇਆ ਤਾਂ ਚਾਲ ਨੇ ਪਹਿਲਾਂ ਆਉਣਾ ਸੀ। ਮੈਂ ਸੱਪ ਨੂੰ ਸੰਬੋਧਨ ਕਰਕੇ ਕਿਹਾ, ਜਾ ਭਗਤਾ, ਮੈਂ ਆਪਣੀ ਮੰਜ਼ਿਲ ਤੇ ਪਹੁੰਚ ਗਿਆ ਹਾਂ, ਹੁਣ ਕੋਈ ਡਰ ਨਹੀਂ, ਤੂੰ ਆਰਾਮ ਕਰ, ਧੰਨਵਾਦ ਤੇਰਾ। ਇਤਨਾ ਕਹਿਣ ਦੀ ਦੇਰ ਸੀ ਕਿ ਸੱਪ ਬੜੀ ਤੇਜ਼ੀ ਨਾਲ ਮੈਥੋਂ ਅੱਗੇ ਲੰਘ ਕੇ ਝਾਲ ਵਿੱਚ ਛਾਲ ਮਾਰ ਅਲੋਪ ਹੋ ਗਿਆ ਤਾਂ ਮੈਂ ਸ਼ੁਕਰ ਕੀਤਾ। ਦੀਵਾਨ ਦੀ ਸਮਾਪਤੀ ਦੇ ਪਿੱਛੇ ਬਾਬਾ ਜੀ ਨਾਲ ਬਚਨ ਹੋਏ ਤਾਂ ਉਹਨਾਂ ਇਸ਼ਾਰੇ ਨਾਲ ਪੁੱਛਿਆ, ਸੂਝ ਆਈ? ਮੈਨੂੰ ਖਿਆਲ ਆਇਆ ਭਗਤ ਵਛਲ ਤੇਰਾ ਬਿਰਧ ਹੈ। ਇੱਧਰ ਰਹਿਣ ਦੇ ਸਮੇਂ ਪ੍ਰੇਮੀਆਂ ਦੀ ਬੇਨਤੀ ਕਰਨ ਤੇ ਬਾਬਾ ਜੀ ਦੀ ਦਿਲ ਖਿੱਚਵੀਂ ਅਰਦਾਸ ਛਾਪਣ ਦੀ ਆਗਿਆ ਬਖਸ਼ੀ, ਜੋ ਚੌਖੀ ਗਿਣਤੀ ਵਿੱਚ ਵੰਡੀ ਗਈ। ਚੱਕਾ ਦੇ ਵਸਨੀਕ, ਖਾਸ ਕਰਕੇ ਨੰਬਰ 81 ਦੇ ਕਈ ਵਸਨੀਕ ਬੜੇ ਅਵੈਲੀ ਸਨ, ਸ਼ਰਾਬੀ ਕਬਾਬੀ ਸਨ। ਬਾਬਾ ਜੀ ਇੱਧਰ ਚਰਨ ਪਾਉਣ ਨਾਲ ਉਹਨਾਂ ਸਾਰਿਆਂ ਦੇ ਕੁਕਰਮ ਛੱਡ ਕੇ ਮਾਲਾ ਪਕੜ ਲਈਆਂ। ਭਾਈ ਨਿਹਾਲ ਸਿੰਘ ਸਿੱਧੂ ਢੋਲਣ ਵਾਲੇ ਨੇ ਦੱਸਿਆ ਕਿ ਇਨੀ ਦਿਨੀ ਅੰਮ੍ਰਿਤਸਰੋਂ ਇੱਕ ਪ੍ਰੇਮੀ ਬਾਬਾ ਜੀ ਦੇ ਦਰਸ਼ਨਾਂ ਨੂੰ ਆਇਆ। ਉਸਨੂੰ ਗੁਰਬਾਣੀ ਦੀ ਬੜੀ ਲਗਨ ਸੀ, ਬੜਾ ਰਸਿਆ ਸੀ, ਪਰ ਪਾਠ ਬਹੁਤਾ ਨਹੀਂ ਸੀ ਕਰ ਸਕਦਾ। ਉਹ ਸਾਡੇ ਨਾਲ ਗੱਲਾਂ ਕਰਦਿਆਂ ਕਹਿਣ ਲੱਗਾ ਕਿ ਪਤਾ ਨਹੀਂ ਲੋਕ ਕਿਵੇਂ ਛੇਤੀ ਛੇਤੀ ਪਾਠ ਕਰ ਲੈਂਦੇ ਹਨ। ਮੇਰੇ ਕੋਲੋਂ ਤਾਂ 4 ਪੱਤਰੇ ਵੀ ਮੁਸ਼ਕਲ ਨਾਲ ਪੜ੍ਹੇ ਜਾਂਦੇ ਹਨ। ਕੋਈ ਚੰਗਾ ਸ਼ਬਦ ਆਇਆ ਤਾਂ ਵਿੱਚੇ ਹੀ ਖੁੱਭ ਜਾਂਦਾ ਹਾਂ, ਅਗਾਂਹ ਲੰਘ ਹੀ ਨਹੀਂ ਹੁੰਦਾ। ਮੈਨੂੰ ਕਿਸੇ ਉੱਚ ਕੋਟੀ ਦੇ ਮਹਾਤਮਾ ਦੀ ਬੜੀ ਤੀਬਰ ਇੱਛਾ ਸੀ। ਮੈਂ ਗੁਰੂ ਸਾਹਿਬ ਅੱਗੇ ਰੋਜ਼ ਬੇਨਤੀ ਕਰਦਾ ਸੀ। ਇੱਕ ਦਿਨ ਜਦ ਬੈਠੇ ਬੈਠੇ ਅੱਖ ਲੱਗੀ ਤਾਂ ਆਵਾਜ਼ ਆਈ, ਬਾਬਾ ਮਿਟ ਗੁਰਮੀ। ਇਸੇ ਪ੍ਰੇਰਨਾ ਅਨੁਸਾਰ ਮੈਂ ਇੱਥੇ ਪੁੱਜਾ ਹਾਂ। ਅਸੀਂ ਇਹ ਗੱਲਾਂ ਕਰ ਰਹੇ ਸਾਂ ਕਿ ਅੰਦਰੋਂ ਹਜੂਰੀਏ ਨੇ ਆਣ ਕੇ ਕਿਹਾ ਕਿ ਬਾਬਾ ਜੀ ਪੁੱਛਦੇ ਹਨ ਕਿ ਪਤਾ ਕਰੋ ਕਿ ਕੌਣ ਕੌਣ ਆਇਆ ਹੈ, ਅਤੇ ਫਿਰ ਉਸ ਸਿੰਘ ਨੂੰ ਅੰਦਰ ਬੁਲਾ ਲਿਆ ਤੇ ਉਸ ਨੂੰ ਪੂਰਨ ਕਰਕੇ ਟੋਰਿਆ। ਉਸ ਦੀ ਕਮਾਈ ਅੱਗੇ ਹੀ ਕਾਫੀ ਸੀ, ਸੋ ਉਸ ਦਾ ਘਰ ਛੇਤੀ ਹੀ ਪੂਰਾ ਹੋ ਗਿਆ। ਇਸੇ ਥਾਂ ਦੀ ਗੱਲ ਹੈ ਕਿ ਇੱਕ ਡਿਪਟੀ ਬੇਰੁੱਤੇ ਅੰਬਾਂ ਦੀ ਟੋਕਰੀ ਪ੍ਰਸ਼ਾਦ ਦੇ ਤੌਰ ਤੇ ਲੈ ਆਇਆ। ਦਿਲੋਂ ਉਸ ਨੂੰ ਮੁੰਡੇ ਦੀ ਮੰਗ ਸੀ, ਇਸ ਕਾਰਨ ਪ੍ਰਸ਼ਾਦ ਪ੍ਰਵਾਨ ਨਾ ਹੋਇਆ। ਡਿਪਟੀ ਨੇ ਉਹ ਅੰਬ ਉੱਥੇ ਹੀ ਵੰਡਣੇ ਚਾਹੇ। ਅਜੇ ਇੱਕ ਅੰਬ ਹੀ ਉਸਨੇ ਭਾਈ ਸੰਤਾ ਸਿੰਘ ਰਾਗੀ ਨੂੰ ਦਿੱਤਾ ਸੀ ਕਿ ਝਟ ਬਾਬਾ ਜੀ ਨੇ ਅੰਦਰੋਂ ਤਾੜਨਾ ਕੀਤੀ, ਸੰਤਾ ਸਿੰਘਾ ਕਿ ਮੁੰਡਾ ਬੰਨਾ ਚਾਹੁੰਦਾ ਹੈ। ਇਹ ਸੁਣ ਕੇ ਸੰਤਾ ਸਿੰਘ ਨੇ ਤਾਂ ਅੰਬ ਹੇਠਾਂ ਸੁੱਟ ਦਿੱਤਾ, ਪਰ ਡਿਪਟੀ ਨੇ ਪ੍ਰੇਮ ਭਾਵਨਾ ਨਾਲ ਚੁੱਕ ਕੇ ਆਪ ਹੀ ਚੱਕ ਲਿਆ। ਇਹ ਵੇਖ ਕੇ ਬਾਬਾ ਜੀ ਨੇ ਫਰਮਾਇਆ, ਤੇਰੀ ਮੁਰਾਦ ਪੂਰੀ ਵੀ ਹੈ ਤੇ ਅਧੂਰੀ ਵੀ। ਸਮਾਂ ਪਾ ਕੇ ਉਸ ਦੇ ਘਰ ਮੁੰਡਾ ਹੋਇਆ, ਪਰ 3 ਮਹੀਨਾ ਪਿੱਛੋਂ ਮਰ ਗਿਆ। ਜਦ ਇੱਥੋਂ ਆਸਨ ਚੁੱਕਣ ਲੱਗੇ ਤਾਂ ਉਕਾੜੇ ਦੀ ਸੰਗਤ ਨੇ ਦਰਸ਼ਨ ਦੇਣ ਲਈ ਬੇਨਤੀ ਕੀਤੀ ਤਾਂ ਫਰਮਾਇਆ ਕਿ ਸਾਨੂੰ ਹੁਕਮ ਲਹਿਰੇ ਜਾਣ ਦਾ ਹੋਇਆ ਹੈ। ਉਧਰ ਸ਼ਹਿਰ ਦੀਆਂ ਮਾਈਆਂ ਦੀ ਚਾਹ ਰਹਿੰਦੀ ਸੀ ਕਿ ਕਿਸੇ ਤਰ੍ਹਾਂ ਬਾਬਾ ਜੀ ਦੇ ਖੁੱਲ੍ਹੇ ਦਰਸ਼ਨ ਹੋਣ, ਜੋ ਕਿ ਬਾਬਾ ਜੀ ਦੀ ਕਰੜੀ ਮਰਿਆਦਾ ਕਾਰਨ ਉਹਨਾਂ ਨੂੰ ਨਹੀਂ ਸਨ ਹੁੰਦੇ। ਮਾਇਆ ਜੀ ਦੀ ਭਾਵੇਂ ਮਰਦ ਨਾਲੋਂ ਮਹਾਂਪੁਰਖਾਂ ਤੇ ਸ਼ਰਧਾ ਵਧੇਰੇ ਹੁੰਦੀ ਹੈ, ਪਰ ਉਹਨਾਂ ਦੇ ਦਿਲਾਂ ਵਿੱਚ ਵੀ ਕਈ ਤਰ੍ਹਾਂ ਦੇ ਸਾਰਥ ਵੀ ਕੰਮ ਕਰਦੇ ਹਨ। ਇੱਧਰ ਬਾਬਾ ਜੀ ਦਾ ਫਰਮਾਨ ਸੀ ਕਿ ਅਸੀਂ ਮਾਇਆ ਦੇ ਤੋਂ ਜਿੰਮੇ ਹਾਂ ਤੇ ਉਹਨਾਂ ਵਿੱਚ ਹੀ ਪਲੇ ਹਾਂ, ਪਰ ਅਸੀਂ ਆਪਣੀ ਜ਼ਿੰਮੇਵਾਰੀ ਤਾਂ ਲੈ ਸਕਦੇ ਹਾਂ, ਸੇਵਕਾਂ ਦੀ ਨਹੀਂ। ਭਲਾ ਜੇ ਉਹਨਾਂ ਵਿੱਚੋਂ ਕਿਸੇ ਦੀ ਅੱਖ ਮੈਲੀ ਹੋ ਜਾਵੇ। ਸੋ ਇਹ ਬਚਨ ਦਿੱਤਾ ਹੋਇਆ ਸੀ ਕਿ ਜਿਸ ਦਿਨ ਝਾਲ ਤੋਂ ਆਸਨ ਚੁੱਕਾਂਗੇ, ਕੁਝ ਸਮਾਂ ਸ਼ਹਿਰ ਨੂੰ ਦਿਆਂਗੇ। ਭਾਈ ਲਾਲ ਸਿੰਘ ਜੀ ਦੇ ਕਥਨ ਅਨੁਸਾਰ ਜਦ ਬਾਬਾ ਜੀ ਲਾਰੀ ਵਿੱਚ ਕੰਪਨੀ ਬਾਗ ਵਿੱਚ ਪੁੱਜੇ ਤਾਂ ਜਾਂਦਿਆਂ ਹੀ ਸਮਾਧੀ
स्थित हो गए। कीर्तन शुरू हो गया ते नाल ही थोड़ी बूंदाबांदी शुरू हो गई। ਮਾਮੂਲੀ ਜਿਹੇ ਰੁੱਖ ਹੇਠਾਂ ਹੀ ਬਾਬਾ ਜੀ ਦਾ ਆਸਣ ਲਾਇਆ ਹੋਇਆ ਸੀ। ਉਹਨਾਂ ਨੂੰ ਉਠਾਉਣ ਦੀ ਦਲੇਰੀ ਤਾਂ ਕੋਈ ਕਰ ਹੀ ਨਹੀਂ ਸੀ ਸਕਦਾ। ਉੱਧਰੋਂ ਅਸੀਂ ਉਕਾੜੇ ਜਾਣ ਲਈ ਕਾਹਲੇ ਪਏ ਹੋਏ ਸਾਂ ਕਿ ਕਿਤੇ ਵਕਤ ਬਹੁਤ ਹੋ ਜਾਣ ਕਰਕੇ ਉੱਥੋਂ ਦਾ ਪ੍ਰੋਗਰਾਮ ਕੱਟ ਕੇ ਇੱਥੇ ਹੀ ਗੱਡੀ 'ਤੇ ਨਾ ਚੜ੍ਹ ਜਾਣ। ਉਕਾੜੇ ਦੀਆਂ ਸੰਗਤਾਂ ਨੂੰ ਅਸੀਂ ਖਬਰ ਵੀ ਕਰ ਚੁੱਕੇ ਹੋਏ ਸਾਂ। ਮੈਂ ਸੋਚ ਰਿਹਾ ਸਾਂ ਕਿ ਇਹ ਟੈਲੀਫੋਨ ਕਰ ਦਿਆਂ ਕਿ ਹੁਣ ਸ਼ਾਇਦ ਬਾਬਾ ਜੀ ਨਾ ਆ ਸਕਣ। ਟੈਲੀਫੋਨ ਕਰਨ ਲਈ ਮੈਂ ਨੰਬਰ ਲਿਆ ਹੀ ਸੀ ਕਿ ਬਾਬਾ ਜੀ ਸਮਾਧੀ ਤੋਂ ਉੱਠ ਬੈਠੇ ਤੇ ਮੇਰੀ ਬਾਬਤ ਪੁੱਛਣ ਲੱਗੇ। ਮੈਨੂੰ ਬੁਲਾਉਣ ਲਈ ਆਦਮੀ ਆਇਆ ਕਿ ਬਾਬਾ ਜੀ ਤਾਂ ਕਾਰ ਵਿੱਚ ਬੈਠੇ ਹੋਏ ਹਨ। ਮੈਂ ਭੱਜ ਕੇ ਪੁੱਜਾ ਤੇ ਹੋਰ ਥਾਂ ਨਾ ਲੱਭਣ ਤੇ ਕਾਰ ਦੇ ਮਡਗਾਰਡ ਤੇ ਹੀ ਬੈਠ ਗਿਆ। ਉਕਾੜੇ ਤੋਂ 1 ਮੀਲ ਬਾਹਰ ਤੱਕ ਜਿੱਥੇ ਮਿਲਟਰੀ ਫਾਰਮ ਸੀ, ਸੰਗਤਾਂ ਦਰਸ਼ਨ ਕਰਨ ਲਈ ਉਡੀਕ ਰਹੀਆਂ ਸਨ। ਪਰ ਜਦ ਅਸੀਂ ਰਜਬਾਹੇ 'ਤੇ ਹੀ ਪੁੱਜੇ ਜਿੱਥੇ ਕਿ ਪ੍ਰਬੰਧਕ ਸਨ ਤਾਂ ਖਲਕਤ ਸਾਰੀ ਉਲਟ ਪਈ। ਮੁੰਨਾ ਕੁ ਘੰਟਾ ਉੱਥੇ ਹੀ ਬਾਬਾ ਜੀ ਨੇ ਸੰਗਤ ਨੂੰ ਨਿਹਾਲ ਕੀਤਾ। ਬਹੁਤ ਅਨੰਤਮਈ ਤੇ ਕਈ ਖਿਆਲਾਂ ਦੇ ਆਦਮੀ ਪ੍ਰਸ਼ਨ ਕਰ ਰਹੇ। ਇਤਨੇ ਸਮੇਂ ਵਿੱਚ ਹੀ ਸਭ ਦਾ ਕਰ ਬਾਬਾ ਜੀ ਨੇ ਪੂਰਾ ਕੀਤਾ, ਪਰ ਦੇਰ ਹੋ ਜਾਣ ਕਰਕੇ ਰਾਤ ਉੱਥੇ ਹੀ ਰਹਿ ਪਏ। ਅਸਾਂ ਅੰਮ੍ਰਿਤ ਵੇਲੇ ਦੇ ਕੀਰਤਨ ਦਾ ਪ੍ਰਬੰਧ ਕੀਤਾ ਤੇ ਫਿਰ 6 ਵਜੇ ਸਵੇਰ ਦੀ ਗੱਡੀ ਪਕੜਨ ਲਈ ਕਾਰ ਵਿੱਚ ਸਟੇਸ਼ਨ 'ਤੇ ਜਾ ਰਹੇ ਸਾਂ ਕਿ ਰਾਹ ਵਿੱਚ ਫਰਮਾਨ ਲੱਗੇ, ਲਾਲ ਸਿੰਘ, ਇੱਥੇ ਤੂੰ ਤਾਂ ਕਹਿੰਦਾ ਹੈ 1 ਘੰਟਾ ਦੇਣ ਲਈ, ਪਰ ਅੱਗੋਂ ਮਾਲਕਾਂ ਦੀ ਮਰਜ਼ੀ ਸੀ ਕਿ ਸਾਰੀ ਰਾਤ ਵੀ ਇੱਥੇ ਹੀ ਕੱਟੀ ਜਾਵੇ। ਰਾਏਵਿੰਡ ਪੁੱਜ ਅਸਾਂ ਬਿਨ ਪੁੱਛਿਆ ਹੀ ਅੱਗੋਂ ਦੀਆਂ ਟਿਕਟਾਂ ਲੈ ਲਈਆਂ, ਪਰ ਜਦ ਬਾਬਾ ਜੀ ਨੂੰ ਪਤਾ ਲੱਗਾ ਤਾਂ ਸਾਨੂੰ ਤਾੜਨਾ ਕੀਤੀ, ਇਹ ਕਹਿ ਕੇ ਕਿ ਬਿਨਾਂ ਪੁੱਛੇ ਅਗਾਂਹ ਜਾਣ ਲਈ ਕਿਉਂ ਟਿਕਟਾਂ ਲਈਆਂ ਹਨ, ਵਾਪਸ ਕਰੋ, ਤੁਹਾਡੀ ਹੱਥ ਇੱਥੋਂ ਤੱਕ ਸੀ। ਸੋ ਅਸਾਂ ਟਿਕਟਾਂ ਵਾਪਸ ਕਰ ਦਿੱਤੀਆਂ। ਇਸ ਤਰ੍ਹਾਂ ਰਾਏ ਪਿੰਡ ਦੇ ਰਾਹ ਬਾਬਾ ਜੀ ਲਹਿਰੇ ਪੁੱਜੇ। ਗੁਰਦੇਵ ਜੀ ਦੇ ਦਰਸ਼ਨ ਕਰ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਉਪਰੰਤ ਰਾਹ ਵਿੱਚ ਹੋਰ ਸੰਗਤਾਂ ਨੂੰ ਕਿਤਾਰਤ ਕਰਦੇ ਵਾਪਸ ਨਾਨਕਸਰ ਪਹੁੰਚ ਗਏ। ਵਿਛੋੜੇ ਦੀਆਂ ਸੱਲੀਆਂ ਸੰਗਤਾਂ ਖਬਰ ਸੁਣ ਕੇ ਹੁਮਾ ਕੇ ਦਰਸ਼ਨ ਨੂੰ ਆਉਂਦੀਆਂ ਰਹੀਆਂ। ਝੋੜਾਂ ਦੇ ਪ੍ਰੇਮੀ ਵੀ ਆਏ, ਨਗਰ ਦਾ ਸਾਰਾ ਸਮਾਚਾਰ ਸੁਣਿਆ ਤੇ ਦਰਸ਼ਨ ਦੇਣ ਲਈ ਬੇਨਤੀਆਂ ਕਰਨ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।